सत्ता दे विच बैठ के जे कोई ऐ समझदा भी असीं ਵੱਡੇ ਵੱਡੇ ਸਾਮਰਾਜੀ ਮੁਲਕਾਂ ਦੀ ਸਹਿਮਤੀ ਤੋਂ ਬਿਨਾਂ ਹੀ ਕਿਸਾਨਾਂ ਦੇ ਹਿੱਤ 'ਚ ਫੈਸਲੇ ਕਰ ਲਾਂਗੇ, ਉਹ ਵੀ ਇਸ ਭਰਮ ਦਾ ਸ਼ਿਕਾਰ ਹੋਊਗਾ। ਇਹ ਗਲਤ ਸਮਝ ਹੈ। ਮੈਂ ਇਸ ਸਮਝ ਨੂੰ ਰੱਦ ਕਰਦਾ। ਇਹਦੀ ਥਾਂ ਤੇ ਕਿਸਾਨਾਂ ਨੂੰ ਜਿਹੜਾ ਆਪਣਾ ਧਿਆਨ ਹੈ ਉਹ ਸੰਘਰਸ਼ ਤੇ ਕੇਂਦਰਿਤ ਕਰਨਾ ਚਾਹੀਦਾ। ਇਹੋ ਜਿਹਾ ਬਿਆਨ ਦੇਣਾ ਫੌਰੀ ਤੌਰ ਤੇ ਹੀ ਕਿਸਾਨ ਸੰਘਰਸ਼ ਦੇ ਉਲਟ ਭੁਗਤਦਾ। ਲੋਕਾਂ ਦੇ ਅੰਦਰ ਭੁਲੇਖੇ ਪੈਦਾ ਹੁੰਦੇ ਆ, ਤਰ੍ਹਾਂ ਤਰ੍ਹਾਂ ਦੇ ਵਖਰੇਵੇਂ ਆਉਂਦੇ ਆ, ਤੇ ਉਹਦਾ ਸਿੱਟਾ ਨਿਕਲਿਆ ਵੀ ਉਹਨਾਂ ਨੂੰ ਹੁਣ ਇੱਕ ਵਾਰੀ 7 ਦਿਨ ਵਾਸਤੇ ਸੰਯੁਕਤ ਮੋਰਚੇ ਦੇ ਵਿੱਚੋਂ ਮੁਅੱਤਲ ਕੀਤਾ ਗਿਆ। ਕਿਸਾਨ ਸੰਘਰਸ਼ ਦਾ ਤਾਂ ਫਿਕਰ ਇਹ ਹੋਣਾ ਚਾਹੀਦਾ ਵੀ ਚੋਣਾਂ 'ਚੋਂ ਕੁਛ ਕੱਢਣ ਦੇ ਭੁਲੇਖਿਆਂ ਦੀ ਥਾਂ ਤੇ ਇਹ ਤੋਂ ਰਾਖੀ ਕਰਨ ਦਾ ਫਿਕਰ ਕਰੋ। ਜਦੋਂ ਵੋਟਾਂ ਦੀ ਰੁੱਤ ਆਉਂਦੀ ਹੈ ਇਹ ਲੋਕਾਂ 'ਚ ਵੰਡੀਆਂ ਪਾਉਂਦੀ ਹੈ, ਉਹਨਾਂ ਨੂੰ ਭਰਮਾਉਂਦੀ ਹੈ। ਅੱਡ-ਅੱਡ ਜਾਂ ਬਹੁਤ ਛੋਟੇ ਲਾਰਿਆਂ ਦੇ ਉੱਤੇ, ਬਹੁਤ ਛੋਟੀਆਂ ਗੱਲਾਂ ਦੇ ਉੱਤੇ, ਜਾਂ ਜਾਤਾਂ ਧਰਮਾਂ ਗੋਤਾਂ ਤੇ ਹੋਰ ਜਿਹੜੀਆਂ ਪਛਾਖੜੀ ਚੀਜ਼ਾਂ ਹੁੰਦੀਆਂ ਉਹਨਾਂ ਤੇ ਵਿਧਾਨ ਸਭਾ 'ਚ ਕੋਈ ਬੈਠ ਹੀ ਤਾਂ ਸਕਦਾ ਜੇ ਅਸੀਂ ਸਾਮਰਾਜੀ ਸੰਸਥਾਵਾਂ ਦੇ ਫਰਮਾਨਾਂ ਤੇ ਫੁੱਲ ਚੜਾਵਾਂਗੇ, ਜੇ ਅਸੀਂ ਅਬਾਨੀ ਅਡਾਨੀ ਦੇ ਹਿਸਾਬ ਨਾਲ ਚੱਲਾਂਗੇ, ਜੇ ਅਸੀਂ ਪੰਜਾਬ ਦੇ ਵੱਡੇ ਵੱਡੇ ਜ਼ਗੀਰਦਾਰਾਂ, ਵੱਡੇ ਵੱਡੇ ਜਿਹੜੇ ਘਰਾਣੇ ਆ ਉਹਨਾਂ ਦੀਆਂ ਹਦਾਇਤਾਂ ਮੰਨਾਂਗੇ। ਜਦੋਂ ਇਹ ਕੋਈ ਸਹਿਮਤੀ ਦੇ ਕੇ ਆਉਂਦਾ ਉਦੋਂ ਹੀ ਉਹ ਵਿਧਾਨ ਸਭਾ 'ਚ ਬਹਿੰਦਾ, ਉਦੋਂ ਹੀ ਉਹ ਚੱਲਦਾ। 32 ਜਥੇਬੰਦੀ 'ਚ ਕੋਈ ਵੀ ਲੀਡਰ ਇੱਕ ਬਣ ਜਾਂਦਾ ਜਾਂ ਸਿਆਸਤ ਵਾਲੇ ਪਾਸੇ ਚਲਾ ਜਾਂਦਾ, ਭਰੋਸਾ ਕਰਨਗੇ ਲੋਕ। ਜੇ ਭਰੋਸਾ ਕੀਤਾ 7 ਮਹੀਨੇ ਤਾਂ ਲੰਘ ਹੀ ਗਏ ਨੇ। ਸਿਆਸੀ ਪਾਰਟੀਆਂ ਨੂੰ ਇਹਦੇ ਜਿਵੇਂ ਕਹਿੰਦੇ ਨੇੜੇ ਨਹੀਂ ਲੱਗਣ ਦਿੱਤਾ ਗਿਆ। ਇਸੇ ਕਰਕੇ ਇਹ ਸੰਘਰਸ਼ ਦੀ ਤਕੜਾਈ ਹੈ ਤੇ ਲੋਕਾਂ ਦਾ ਹੰਗਾਰਾ ਵੀ ਇਸੇ ਕਰਕੇ ਵੀ ਇਹ ਤੋਂ ਪਾਰਟੀਆਂ ਬਾਹਰ ਹੈ। ਜਿੱਥੋਂ ਤੱਕ ਇਹ ਗੱਲ ਹੈ ਵੀ ਕਿਸੇ ਕਿਸਾਨ ਸੰਘਰਸ਼ ਲੀਡਰ ਤੇ ਭਰੋਸਾ ਕਰਕੇ ਤੇ ਉਹ ਚੋਣਾਂ 'ਚ ਜਾ ਵੜੇ, ਲੋਕਾਂ ਦਾ ਭਰੋਸਾ ਕਰ ਲੈਣਾ। ਲੋਕ ਤਾਂ ਵਿਚਾਰੇ ਹੁਣ ਤੱਕ ਹਰ ਵਾਰੀ ਕਿਸੇ ਨਾ ਕਿਸੇ ਤੇ ਭਰੋਸਾ ਕਰਦੇ ਹੀ ਹੈ। ਕੋਈ ਕਿਸਾਨ ਲੀਡਰ ਕਹਿ ਦੇਣ, ਹੋ ਸਕਦਾ ਵਕਤੀ ਤੌਰ ਤੇ ਲੋਕ ਉਹਦੇ ਤੇ ਵੀ ਭਰੋਸਾ ਕਰ ਲੈਣ। ਮਨਮੋਹਨ ਸਿੰਘ ਜਿਹੜਾ ਉਸ ਵੇਲੇ ਕਿਤੋਂ ਚੋਣਾਂ ਜਿੱਤ ਕੇ ਨਹੀਂ ਸੀ ਆਇਆ ਹੋਇਆ, ਤੇ PV ਨਰਸਿਮਹਾ ਰਾਓ, ਇਹ ਦੋਵਾਂ ਨੇ, ਇੱਕ ਖਜ਼ਾਨਾ ਮੰਤਰੀ ਇੱਕ ਪ੍ਰਧਾਨ ਮੰਤਰੀ, ਜਾ ਕੇ ਇਹਨਾਂ ਵੱਡੀਆਂ ਜਿਹੜੀਆਂ ਭਾਰਤ ਦੇ ਲੋਕਾਂ ਦੀ ਕਿਸਮਤ ਦਾ ਫੈਸਲਾ ਕਰਨ ਵਾਲੇ ਸਮਝੌਤੇ ਸੀ ਉਹਨਾਂ ਤੇ ਦਸਤਖਤ ਕਰਿਆ ਸੀ। ਤੇ ਪਾਰਲੀਮੈਂਟ ਮੈਂਬਰਾਂ ਦੀ ਕੀ ਔਕਾਤ ਹੈ? ਪ੍ਰੋਬਲਮ ਇਹ ਹੈ, ਸਮੱਸਿਆ ਇਹ ਹੈ ਵੀ ਸਾਡੇ ਸਮਝ ਜਿਹੜੀ ਵਿਧਾਨ ਸਭਾ 'ਚ ਜਾਣਾ, ਪਾਰਲੀਮੈਂਟ ਜਾਣਾ, ਇਸੇ ਨੂੰ ਸਿਆਸਤ ਸਮਝ ਲਿਆ ਜਾਂਦਾ। ਇਹ ਤਾਂ ਹਾਕਮਾਂ ਦੀ ਸਿਆਸਤ ਹੈ, ਇਹ ਤਾਂ ਹਾਕਮ ਜਮਾਤਾਂ ਦੀ ਸਿਆਸਤ, ਉਹਨਾਂ ਦੀ ਖੇਡ ਹੈ। ਲੋਕਾਂ ਦੀ ਸਿਆਸਤ ਤੋਂ ਵੱਖਰੀ ਹੈ। ਲੋਕਾਂ ਦੀ ਸਿਆਸਤ ਸੰਘਰਸ਼ਾਂ ਦੇ ਵਿੱਚੋਂ ਨਿਕਲਦੀ ਹੈ। ਇਹਨਾਂ ਯੂਨੀਅਨਾਂ 'ਚੋਂ, ਇਹਨਾਂ ਸੰਘਰਸ਼ਾਂ ਦੇ ਵਿੱਚੋਂ ਹੀ ਲੋਕਾਂ ਦੀ ਆਪਦੀ ਪਾਰਟੀ ਨਿਕਲੂਗੀ, ਆਪਦੀ ਸਿਆਸੀ ਪਾਰਟੀ ਨਿਕਲੂਗੀ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ। 22 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਫੈਸਲਾ ਲਿਆ ਕਿ 200 ਦਾ ਜੱਥਾ ਸੰਸਦ ਵਾਲੇ ਪਾਸੇ ਕੂਚ ਕਰੇਗਾ, ਤੇ ਉਸ ਤੋਂ ਪਹਿਲਾਂ 17 ਤਰੀਕ ਨੂੰ ਹੀ ਸੰਸਦ ਦਾ ਆਗਾਜ਼ ਹੋਣਾ, ਯਾਨੀ ਕਿ ਉੱਥੇ ਸਪੀਚਾਂ ਹੋਣਗੀਆਂ, ਮੈਂਬਰ ਪਾਰਲੀਮੈਂਟ ਆਣਗੇ। ਉਹਨਾਂ ਨੂੰ ਵੀ ਕਿਹਾ ਗਿਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਉਹ ਕਾਲੇ ਕਾਨੂੰਨਾਂ ਦੀ ਗੱਲ ਪਾਰਲੀਮੈਂਟ ਵਿੱਚ ਚੱਕਣ, ਕਿ ਵਾਕਈ ਜਿਹੜੇ MP ਨੇ ਪੰਜਾਬ ਦੇ ਜਾਂ ਬਾਕੀ ਉਹ ਗੱਲ ਚੁੱਕਣਗੇ। ਸੈਸ਼ਨ ਸ਼ੁਰੂ ਹੋਣ ਜਾ ਰਿਹਾ ਪਾਰਲੀਮੈਂਟ ਦੇ ਵਿੱਚ, ਔਰ ਉਸ ਤੋਂ ਬਾਅਦ 22 ਤਰੀਕ ਨੂੰ ਜਿਸ ਤਰੀਕੇ ਨਾਲ 200 ਵਿਅਕਤੀਆਂ ਦੇ ਨਾਲ ਕੂਚ ਕੀਤਾ ਜਾਊਗਾ, ਕਿਸਾਨਾਂ ਦੇ ਨਾਲ ਜਾਣ ਦੇਣਗੇ ਕਿ ਨਹੀਂ ਜਾਣ ਦੇਣਗੇ ਉਹ ਬਾਅਦ ਦੀ ਗੱਲ ਹੈ। ਤਾਂ ਉਸ ਤੋਂ ਪਹਿਲਾਂ ਇੱਕ ਬਿਆਨ ਆ ਜਾਂਦਾ ਚੜੂਣੀ ਸਾਹਿਬ ਦਾ, ਗੁਰਨਾਮ ਸਿੰਘ ਚੜੂਣੀ ਜੀ ਦਾ, ਕਿ ਸਿਆਸਤ ਬਾਰੇ ਵੀ ਜਥੇਬੰਦੀਆਂ ਨੂੰ ਸੋਚਣਾ ਪੈਣਾ। ਸੰਯੁਕਤ ਕਿਸਾਨ ਮੋਰਚੇ ਨੂੰ ਸਿਆਸਤ ਬਾਰੇ ਸੋਚਣਾ ਪੈਣਾ। ਉਸ ਬਿਆਨ ਤੋਂ ਕੋਈ ਇਤਫਾਕ ਰੱਖਦਾ, ਕੋਈ ਇਤਫਾਕ ਨਹੀਂ ਰੱਖਦਾ। ਸਾਡੇ ਨਾਲ ਮੌਜੂਦ ਨੇ ਪਾਵੇਲ ਕੂਸਾ, ਜੋ ਕਿ ਇੱਕ ਮੈਗਜ਼ੀਨ ਦੇ ਸੰਪਾਦਕ ਨੇ। ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ, ਉਹ ਇਸ ਮਾਹੌਲ ਨੂੰ ਕਿੱਦਾਂ ਦੇਖਦੇ ਨੇ। ਉਹ ਸ਼ੁਰੂਆਤ ਕਰਾਂਗੇ ਚੜੂਣੀ ਦੇ ਇਸ ਬਿਆਨ ਤੋਂ ਕਿ ਵਾਕਈ ਜੇ ਕਿਸਾਨ ਆਪਣੀ ਪਾਰਟੀ ਬਣਾ ਲੈਂਦੇ ਨੇ, ਪਹਿਲੀ ਗੱਲ ਤਾਂ ਕਿ ਜਦੋਂ ਵੀ ਕੋਈ ਕੈਮਰੇ ਦੇ ਅੱਗੇ ਆ ਕੇ ਜਾਂ ਕੋਈ ਵਿਅਕਤੀ ਇੰਟਰਵਿਊ ਦਿੰਦਾ ਹੈ ਜਾਂ ਕੋਈ ਵੀ ਬੁੱਧੀਜੀਵੀ ਗੱਲ ਕਰਦਾ, ਪੰਜਾਬ ਦੀ ਪਾਰਟੀ, ਲੋਕਾਂ ਦੀ ਪਾਰਟੀ ਦੀ ਗੱਲ ਕਰਦਾ। ਦੂਸਰੇ ਪਾਸੇ ਜੇ ਕਿਸਾਨ ਦੀ ਪਾਰਟੀ ਦੀ ਗੱਲ ਕਰਾਂਗੇ ਕਿ ਵਾਕਈ ਹੀ ਇਸ ਵਿੱਚ ਕੁਝ ਨਿਕਲ ਜੂਗਾ ਕਿ ਸੰਯੁਕਤ ਕਿਸਾਨ ਮੋਰਚਾ ਜਦੋਂ ਰਾਜਨੀਤੀ ਵਾਲੇ ਪਾਸੇ ਜਾਊਗੀ, ਪੰਜਾਬ ਦੇ ਲਈ ਭਲਾ ਹੋ ਜਾਊਗਾ, ਕਿ ਵਾਕਈ ਸਿਆਸਤ ਇੱਕ ਵਧੀਆ ਤੇ ਸੁਚੱਜੇ ਢੰਗ ਨਾਲ ਚੱਲੂਗੀ। ਇਸ ਉੱਪਰ ਆਪਾਂ ਚਰਚਾ ਕਰਾਂਗੇ। ਚੜੂਣੀ ਦੇ ਬਿਆਨ ਨੂੰ ਲੈ ਕੇ ਪਹਿਲਾਂ ਗੱਲਬਾਤ ਕਰਾਂਗੇ, ਫਿਰ ਜੋ 22 ਤਰੀਕ ਨੂੰ ਜਥੇਬੰਦੀਆਂ ਵੱਲੋਂ 200 ਕਿਸਾਨਾਂ ਨੂੰ ਭੇਜਿਆ ਜਾ ਰਿਹਾ, ਉਸ ਵੱਲੋਂ ਕੋਈ ਵੀ ਬੈਨੀਫਿਟ ਜਾਂ ਕੋਈ ਅਸਰ ਦਿਖਾਈ ਦੂਗਾ BJP ਸਰਕਾਰ ਉੱਤੇ, ਉਸ ਉੱਪਰ ਵੀ ਚਰਚਾ ਕਰਾਂਗੇ। ਪਵੇਲ ਜੀ, ਜਿਸ ਤਰੀਕੇ ਨਾਲ ਚੜੂਣੀ ਸਾਹਿਬ ਦਾ ਬਿਆਨ ਆ ਜਾਂਦਾ, ਪਹਿਲਾਂ ਚੜੂਣੀ ਸਾਹਿਬ ਦੇ ਬਿਆਨ ਦੀ ਗੱਲ ਕਰਨੇ ਆ। ਚੜੂਣੀ ਸਾਹਿਬ ਕਹਿੰਦੇ ਨੇ ਕਿ ਕਿਉਂ ਨਹੀਂ ਸੰਯੁਕਤ ਕਿਸਾਨ ਮੋਰਚਾ ਸਿਆਸਤ ਪੱਖੋਂ ਸੋਚਦਾ, ਕੀ ਕਾਰਨ ਹੈ ਵੀ ਉਹ ਸਿਆਸਤ ਵਿੱਚ ਨਹੀਂ ਜਾਣਾ ਚਾਹੁੰਦਾ। ਉਹ ਦੂਸਰਾ ਪੱਖ ਕਈਆਂ ਨੇ ਇਸ ਬਿਆਨ ਨੂੰ ਰੱਦ ਕੀਤਾ ਵੀ ਚੜੂਣੀ ਸਾਹਿਬ ਦਾ ਆਪਣਾ ਬਿਆਨ ਹੈ, ਉਹ ਕਹਿ ਸਕਦੇ ਨੇ। ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ ਵੀ ਚੜੂਣੀ ਸਾਹਿਬ ਵੀ ਪਹਿਲਾਂ ਚੋਣਾਂ ਲੜ ਚੁੱਕੇ ਨੇ। ਤਾਂ ਕਿਸ ਤਰੀਕੇ ਨਾਲ ਤੁਹਾਨੂੰ ਬਿਆਨ ਲੱਗਦਾ ਹੈ ਕਿ ਵਾਕਈ ਉਹਨਾਂ ਨੇ ਸਹੀ ਬਿਆਨਬਾਜ਼ੀ ਕੀਤੀ ਹੈ? ਦੇਖੋ, ਮੇਰੀ ਨਜ਼ਰ 'ਚ ਗੁਰਨਾਮ ਸਿੰਘ ਚੜੂਣੀ ਹੋਰਾਂ ਦਾ ਜਿਹੜਾ ਇਹ ਬਿਆਨ ਹੈ ਉਹ ਵਾਜਬ ਨਹੀਂ। ਬਿਆਨ ਦਾ ਅਰਥ ਹੈ ਜਿਹੜੀ ਉਹਨਾਂ ਦੀ ਪੋਜੀਸ਼ਨ ਹੈ। ਦੋ ਅੱਡ-ਅੱਡ ਗੱਲਾਂ ਕਰਕੇ। ਇੱਕ ਗੱਲ ਇਹਦੇ 'ਚ ਇਹ ਹੈ
ਕਿਸੇ ਨੂੰ ਵੀ ਇਹ ਲੱਗ ਸਕਦਾ ਹੈ ਵੀ ਕਿਸਾਨਾਂ ਨੂੰ ਆਪਣੀ ਪਾਰਟੀ ਬਣਾਉਣੀ ਚਾਹੀਦੀ ਹੈ, ਚੋਣਾਂ 'ਚ ਜਾਣਾ ਚਾਹੀਦਾ ਹੈ, ਚੋਣਾਂ ਦੇ ਵਿੱਚ ਜਾ ਕੇ ਸਰਕਾਰ ਬਣਾਉਣੀ ਚਾਹੀਦੀ ਹੈ, ਆਪਦੀਆਂ ਨੀਤੀਆਂ ਬਣਾਉਣੀਆਂ ਚਾਹੀਦੀਆਂ, ਕਿਸੇ ਦਾ ਵਿਚਾਰ ਹੋ ਸਕਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਜਿਹੜਾ ਇਹ ਕਿਸਾਨ ਸੰਘਰਸ਼ ਹੈ ਇਹ ਖੇਤੀ ਕਾਨੂੰਨਾਂ ਖਿਲਾਫ MSP PDS ਤੇ ਹੋਰ ਜਿਹੜੀਆਂ ਮੰਗਾਂ ਹੈ ਉਹਨਾਂ ਮੰਗਾਂ ਨੂੰ ਲੈ ਕੇ ਲੜਿਆ ਜਾ ਰਿਹਾ। ਇਹਦਾ ਅਰਥ ਇਹ ਹੈ ਕਿ ਕਿਸਾਨ ਜਥੇਬੰਦੀਆਂ ਦੀ ਇਹਨਾਂ ਮੰਗਾਂ ਦੇ ਘੱਟੋ ਘੱਟ ਇੱਕ ਪ੍ਰੋਗਰਾਮ ਦੇ ਉੱਤੇ, ਘੱਟੋ ਘੱਟ ਇਹਨਾਂ ਮੁੱਦਿਆਂ ਦੇ ਉੱਤੇ ਸਹਿਮਤੀ ਹੈ। ਪੰਜਾਬ ਦੀਆਂ 32 ਹੈ, ਮੁਲਕ ਦੀਆਂ 45 ਤਾਂ ਸੰਯੁਕਤ ਮੋਰਚੇ ਦੀ ਮੀਟਿੰਗ 'ਚ ਹੀ ਬੈਠਦੀਆਂ। ਇਹ ਤੋਂ ਬਿਨਾਂ ਅੱਡ-ਅੱਡ ਪਲੇਟਫਾਰਮ ਬਣੇ ਹੋਏ ਆ, ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਆ, ਕਹਿਣ ਦਾ ਭਾਵ 500 ਜਥੇਬੰਦੀਆਂ ਤੱਕ ਦਾ ਜ਼ਿਕਰ ਆਉਂਦਾ। ਇਹ ਸਾਰੀਆਂ ਜਥੇਬੰਦੀਆਂ ਦੀ ਆਪਣੀ ਆਪਣੀ ਸਮਝ ਹੈ ਚੋਣਾਂ ਬਾਰੇ। ਕੋਈ ਲੜਨਾ ਚਾਹੁੰਦਾ, ਕੋਈ ਇਹਦੇ 'ਚ ਬਾਈਕਾਟ ਦੀ ਕਾਲ ਦਿੰਦਾ, ਕੋਈ ਲੋਕਾਂ ਨੂੰ ਕਹਿੰਦਾ ਵੀ ਚੋਣਾਂ ਦੇ ਦਿਨਾਂ ਵਿੱਚ ਲੋਕਾਂ ਨੂੰ ਕਹਿੰਦਾ ਵੀ ਆਪਦੇ ਮੁੱਦੇ ਉਭਾਰੋ, ਇਹਨਾਂ ਤੋਂ ਸੁਚੇਤ ਰਹੋ, ਆਪਦੀ ਏਕਤਾ ਕਾਇਮ ਰੱਖੋ, ਇਹ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਪਾੜਨਗੇ। ਹੁਣ ਇੰਨੀ ਅੱਡ-ਅੱਡ ਰੇਂਜ ਵਾਲੀ ਸਮਝ ਵਾਲੀਆਂ ਜਿਹੜੀਆਂ ਯੂਨੀਅਨਾਂ, ਉਹਨਾਂ ਸਾਰੀਆਂ ਦੀ ਚੋਣਾਂ ਦੇ ਇਸ ਮਸਲੇ ਬਾਰੇ ਇੱਕਮਤਤਾ ਨਹੀਂ ਹੈ ਤੇ ਨਾ ਹੀ ਸੰਯੁਕਤ ਮੋਰਚੇ ਦੇ ਕਿਸੇ ਪ੍ਰੋਗਰਾਮ 'ਚ, ਕਿਸੇ ਮੁੱਦਿਆਂ 'ਚ ਇਸ ਗੱਲ ਦੇ ਉੱਤੇ ਕੋਈ ਸਹਿਮਤੀ ਹੈ। ਇਸ ਕਰਕੇ ਬਿਨਾਂ ਸੰਯੁਕਤ ਮੋਰਚੇ ਦੇ ਵਿੱਚ ਚਰਚਾ ਹੋਏ ਜਾਂ ਉਹਦੇ ਸਾਂਝੀ ਕੋਈ ਗੱਲ ਬਣੇ, ਇਹੋ ਜਿਹਾ ਬਿਆਨ ਦੇਣਾ ਫੌਰੀ ਤੌਰ ਤੇ ਹੀ ਕਿਸਾਨ ਸੰਘਰਸ਼ ਦੇ ਉਲਟ ਭੁਗਤਦਾ। ਲੋਕਾਂ ਦੇ ਅੰਦਰ ਭੁਲੇਖੇ ਪੈਦਾ ਹੁੰਦੇ ਆ, ਤਰ੍ਹਾਂ ਦੀ ਵਖਰੇਵੇਂ ਆਉਂਦੇ ਆ ਤੇ ਉਹਦਾ ਸਿੱਟਾ ਨਿਕਲਿਆ ਵੀ ਉਹਨਾਂ ਨੂੰ ਹੁਣ ਇੱਕ ਵਾਰੀ 7 ਦਿਨ ਵਾਸਤੇ ਸੰਯੁਕਤ ਮੋਰਚੇ ਦੇ ਵਿੱਚੋਂ ਮੁਅੱਤਲ ਕੀਤਾ ਗਿਆ। ਇਹਦਾ ਵੀ ਬਾਹਰ ਇੱਕ ਖਾਮ-ਖਾਂ ਦੀ ਚਰਚਾ ਛਿੜਦੀ ਹੈ। ਪਰ ਇਦੋਂ ਅਗਲੀ ਗੱਲ ਜਿਹੜੀ ਉਹਨਾਂ ਦੀ ਇਸ ਸਮਝ ਹੈ ਇਹ ਵੀ ਸੰਯੁਕਤ ਮੋਰਚੇ ਵਿੱਚ, ਉਹ ਤਾਂ ਇਹ ਕਹਿੰਦੇ ਆ, ਗੁਰਨਾਮ ਸਿੰਘ ਚੜੂਨੀ ਤਾਂ ਇਹ ਕਹਿੰਦੇ ਆ ਵੀ ਕਿਸਾਨਾਂ ਨੂੰ ਆਪਣੀ ਪਾਰਟੀ ਬਣਾਉਣੀ ਚਾਹੀਦੀ ਹੈ। ਜਿਹੜਾ ਬਾਰ-ਬਾਰ ਸਰਕਾਰਾਂ ਤੋਂ ਝਾਕ ਕਰਦੇ ਆ ਉਹਦੀ ਥਾਂ ਦੇ ਉੱਤੇ ਆਪ ਸਰਕਾਰ ਬਣਾ ਕੇ ਤੇ ਆਪ ਫੈਸਲੇ ਕਰਨੇ ਚਾਹੀਦੇ ਆ। ਮੈਂ ਉਹਨਾਂ ਦੀ ਇਸ ਸਮਝ ਦੇ ਨਾਲ ਵੀ ਅਸਹਿਮਤ ਹਾਂ। ਇਹ ਉਹਨਾਂ ਨੂੰ ਬਹੁਤ ਵੱਡਾ ਭਰਮ ਹੈ, ਜਾਂ ਜਿਹਨੂੰ ਵੀ ਇਹ ਭਰਮ ਹੈ ਵੀ ਇਹਨਾਂ ਰਾਜਾਂ ਦੇ ਵਿੱਚ ਇਸ ਚੱਲਦੇ ਪ੍ਰਬੰਧ ਦੇ ਅੰਦਰ ਕਿਸਾਨ ਆਪਦੀ ਪਾਰਟੀ ਬਣਾ ਕੇ ਆਪਦੀ ਸਰਕਾਰ ਬਣਾ ਸਕਦੇ ਆ ਤੇ ਆਪਦੇ ਹਿਸਾਬ ਨਾਲ ਫੈਸਲੇ ਕਰ ਸਕਦੇ ਆ। ਇਹਦਾ ਮਤਲਬ ਇਹ ਰਾਜ ਪ੍ਰਬੰਧ ਚੱਲਦਾ ਕਿਵੇਂ ਆ, ਇਹ ਰਿਆਸਤ, ਇਹ ਸਟੇਟ ਕਿਵੇਂ ਚੱਲਦੀ ਆ, ਉਹ ਇਸ ਗੱਲ ਤੋਂ ਅਣਜਾਣ ਹੈ। ਇਹ ਭੁਲੇਖਾ ਬਹੁਤ ਛੇਤੀ ਨਿਕਲ ਜਾਂਦਾ ਹੁੰਦਾ। ਇਹ ਵੋਟਾਂ ਪੈਂਦੀਆਂ ਕਿਵੇਂ ਆ, ਸੀਟਾਂ ਜਿੱਤੀਆਂ ਕਿਵੇਂ ਜਾਂਦੀਆਂ, ਇਹਦੇ 'ਚ ਪੈਸਾ ਕਿਵੇਂ ਚੱਲਦਾ, ਇਹਦੇ ਵਿੱਚ ਜਾਤ ਧਰਮ ਤੇ ਉਹ ਸਾਰਾ ਕੁਝ ਕਿਵੇਂ ਚੱਲਦਾ। ਤੇ ਉਦੋਂ ਵੀ ਅੱਗੇ ਸੱਤਾ ਦੇ ਵਿੱਚ ਬੈਠ ਕੇ ਜੇ ਕੋਈ ਐਂ ਸਮਝਦਾ ਵੀ ਅਸੀਂ ਵੱਡੇ ਸਾਮਰਾਜੀ ਮੁਲਕਾਂ ਦੀ ਸਹਿਮਤੀ ਤੋਂ ਬਿਨਾਂ ਹੀ ਕਿਸਾਨਾਂ ਦੇ ਹਿੱਤ 'ਚ ਫੈਸਲੇ ਕਰ ਲਾਂਗੇ, ਉਹ ਵੀ ਇਸ ਭਰਮ ਦਾ ਸ਼ਿਕਾਰ ਹੋਊਗਾ। ਇਹ ਗਲਤ ਸਮਝ ਹੈ। ਮੈਂ ਇਸ ਸਮਝ ਨੂੰ ਰੱਦ ਕਰਦਾ। ਇਹਦੀ ਥਾਂ ਤੇ ਕਿਸਾਨਾਂ ਨੂੰ ਜਿਹੜਾ ਆਪਣਾ ਧਿਆਨ ਹੈ ਉਹ ਸੰਘਰਸ਼ ਤੇ ਕੇਂਦਰਿਤ ਕਰਨਾ ਚਾਹੀਦਾ, ਇਹਨਾਂ ਮੰਗਾਂ ਤੇ ਕੇਂਦਰਿਤ ਕਰਨਾ ਚਾਹੀਦਾ। ਇਹ ਤੋਂ ਵੱਡਾ ਸਵਾਲ ਹੈ ਵੀ ਇਹਨਾਂ ਦਿਨਾਂ 'ਚ ਚੋਣਾਂ ਆ ਰਹੀਆਂ, ਮੈਂ ਤਾਂ ਇਹ ਕਹੂੰਗਾ ਵੀ ਕਿਸਾਨਾਂ ਨੂੰ ਸੰਘਰਸ਼ ਦੀ ਰਾਖੀ ਕਰਨੀ ਚਾਹੀਦੀ ਹੈ ਚੋਣਾਂ ਤੋਂ, ਕਿਉਂਕਿ ਜਦੋਂ ਚੋਣਾਂ ਆਉਣਗੀਆਂ ਇਹ ਇਲਾਕਿਆਂ ਦੇ ਨਾਂ ਤੇ ਵੰਡਣਗੀਆਂ, ਇਹ ਜਾਤਾਂ ਧਰਮਾਂ ਗੋਤਾਂ ਦੇ ਨਾਂ ਤੇ ਵੰਡਣਗੀਆਂ। ਇਹ ਅੱਡ-ਅੱਡ ਬਹੁਤ ਇਹੋ ਜਿਹੇ ਮੁੱਦੇ ਲਿਆਉਣਗੀਆਂ ਜਿਹੜੇ ਕਿਸਾਨੀ ਦੇ ਨਹੀਂ ਹੋਣਗੇ, ਨਕਲੀ ਮੁੱਦੇ ਉਭਾਰਨਗੀਆਂ। ਤੇ ਆਹ ਬਖਰੇਵੇਂ ਕੋਈ ਚੋਣਾਂ ਜਾਣਾ ਚਾਹੂਗਾ, ਕੋਈ ਨਹੀਂ ਜਾਣਾ ਚਾਹੂਗਾ। ਇਸ ਕਰਕੇ ਕਿਸਾਨ ਸੰਘਰਸ਼ ਦਾ ਤਾਂ ਫਿਕਰ ਇਹ ਹੋਣਾ ਚਾਹੀਦਾ ਵੀ ਚੋਣਾਂ 'ਚੋਂ ਕੁਛ ਕੱਢਣ ਦੇ ਭੁਲੇਖਿਆਂ ਦੀ ਥਾਂ ਤੇ ਇਹ ਤੋਂ ਰਾਖੀ ਕਰਨ ਦਾ ਫਿਕਰ ਕਰੋ। ਜਦੋਂ ਵੋਟਾਂ ਦੀ ਰੁੱਤ ਆਉਂਦੀ ਹੈ ਇਹ ਲੋਕਾਂ 'ਚ ਵੰਡੀਆਂ ਪਾਉਂਦੀ ਹੈ, ਉਹਨਾਂ ਨੂੰ ਭਰਮਾਉਂਦੀ ਹੈ ਅੱਡ-ਅੱਡ ਜਾਂ ਬਹੁਤ ਛੋਟੇ ਲਾਰਿਆਂ ਦੇ ਉੱਤੇ, ਬਹੁਤ ਛੋਟੀਆਂ ਗੱਲਾਂ ਦੇ ਉੱਤੇ, ਜਾਂ ਜਾਤਾਂ ਧਰਮਾਂ ਗੋਤਾਂ ਤੇ ਹੋਰ ਜਿਹੜੀਆਂ ਪਛਾਖੜੀ ਚੀਜ਼ਾਂ ਹੁੰਦੀਆਂ ਉਹਨਾਂ ਤੇ। ਇਸ ਕਰਕੇ ਕਿਸਾਨਾਂ ਨੂੰ ਇਹੋ ਜਿਹੇ ਭਰਮ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ, ਸਗੋਂ ਕਿਸਾਨ ਸੰਘਰਸ਼ ਦੀ ਰਾਖੀ ਇਸ ਮਾਰੂ ਸਿਆਸਤ ਤੋਂ, ਭੜਕਾਊ ਸਿਆਸਤ ਤੋਂ, ਉਹਦੀ ਰਾਖੀ ਦਾ ਫਿਕਰ ਕਰਨਾ ਚਾਹੀਦਾ। ਹੁਣ ਜਿਵੇਂ ਜ਼ਿਕਰ ਆ ਜਾਂਦਾ ਕਿ ਤੁਸੀਂ ਕਹਿ ਰਹੇ ਹੋ ਵੀ ਕਿਸਾਨੀ ਮੋਰਚੇ ਨੂੰ ਹਿੱਸਾ ਨਹੀਂ ਲੈਣਾ ਚਾਹੀਦਾ, ਕਿ ਕਿਤੇ ਡਰ ਲੱਗਦਾ ਵੀ ਉਹ ਸਿਸਟਮ ਵਿੱਚ ਜਾਓਗੇ, ਸਿਸਟਮ ਵਿੱਚ ਜਾ ਕੇ ਜਿਵੇਂ ਬਾਕੀ ਲੀਡਰ ਨੇ ਉਵੇਂ ਬਣ ਜਾਓਗੇ, ਜਾਂ ਸਿਆਸਤ ਜਿਵੇਂ ਹੁੰਦੀ ਹੈ, ਜੋ ਉਹ ਵੀ ਸਿਆਸਤਦਾਨ ਹੈਗੇ ਨੇ ਉਵੇਂ ਕਿਸਾਨੀ ਮੋਰਚੇ ਵਾਲੇ ਲੀਡਰ ਵਾਲੇ ਬਣ ਜਾਣਗੇ। ਇੱਕ ਤਾਂ ਡਰ ਤਾਂ ਨਹੀਂ ਹੈਗਾ? ਬਿਲਕੁਲ ਇਹ ਡਰ ਹੈ ਤੇ ਡਰ ਵਾਜਬ ਹੈ। ਇਹ ਡਰ ਹੈ, ਮੈਂ ਤਾਂ ਇਹ ਤਾਂ ਜਾਣੀ 70 ਸਾਲਾਂ ਦਾ ਇਤਿਹਾਸ ਤਾਂ ਦੇਖੋ ਸਾਡੇ ਮੁਲਕ ਦਾ। ਬਹੁਤ ਵੱਡੇ ਲੀਡਰ, ਉਹ ਲੀਡਰ ਜਿਹੜੇ ਮੈਨੂੰ ਇਹ ਕਹਿਣ 'ਚ ਕੋਈ ਗਰੇਜ ਨਹੀਂ, CPI CPM ਵਰਗੀਆਂ ਵੱਡੀਆਂ ਪਾਰਟੀਆਂ, ਜਿਹੜੀਆਂ ਪਾਰਟੀਆਂ ਦੇ ਬਹੁਤ ਉਹ ਲੀਡਰ ਜਿਨ੍ਹਾਂ ਦਾ ਬਹੁਤ ਵੱਡਾ ਸੈਕਰੀਫਾਈ ਜਿਨ੍ਹਾਂ ਨੇ ਕੀਤਾ, ਕੁਰਬਾਨੀਆਂ ਕੀਤੀਆਂ ਸੀ, ਜਿਨ੍ਹਾਂ ਦੀ ਜੀਵਨ ਜਾਂਚ ਰਹਿਣ ਸਹਿਣ ਬਹੁਤ ਸਾਦਾ ਸੀ, ਜਿਨ੍ਹਾਂ ਨੂੰ ਕੋਈ ਮੋਹ ਮਾਇਆ ਦਾ ਲਾਲਚ ਨਹੀਂ ਸੀ, ਰੁਤਬਿਆਂ ਦਾ ਲਾਲਚ ਨਹੀਂ ਸੀ, ਉਹ ਵੱਡੇ ਲੀਡਰ ਭਾਰਤ ਦੇ ਹਾਕਮ ਜਮਾਤਾਂ ਦੀ ਪਾਰਲੀਮੈਂਟ 'ਚ ਜਾ ਕੇ ਡਿੱਗ ਪਏ। ਉਹ ਉੱਥੇ ਨਿਹੱਥੇ ਹੋ ਗਏ, ਉਹ ਉਹਨਾਂ ਲੀਹਾਂ ਤੇ ਚੜ੍ਹ ਗਏ। ਉਹਨਾਂ ਨੇ ਵੀ ਲਾ ਪਾ ਕੇ ਜਾਂ ਅੰਬਾਨੀਆਂ ਦਾ ਫਿਕਰ ਕੀਤਾ, ਜਾਂ ਅਡਾਨੀਆਂ ਦਾ ਫਿਕਰ ਕੀਤਾ, ਤੇ ਜਾਂ ਅਮਰੀਕਾ ਤੇ ਜਿਹੜੇ ਰੂਸ ਵਰਗੇ ਮੁਲਕਾਂ ਦਾ ਫਿਕਰ ਕੀਤਾ। ਤੇ ਸਾਡੇ ਜਿਹੜੇ ਹੁਣ ਇਸ ਸੰਘਰਸ਼ 'ਚੋਂ ਉੱਭਰੇ ਹੋਏ ਕਿਸਾਨ ਲੀਡਰ ਹੈ, ਉਹ ਤਾਂ ਮੈਂ ਤਾਂ ਐਂ ਵੀ ਕਹੂੰਗਾ ਵੀ ਕਿੰਨੇ ਹੀ ਲੀਡਰ ਤਾਂ ਛੇਤੀ ਹੋਈ ਜਿਹੜੇ ਇਸ ਮਾਹੌਲ ਦੇ ਵਿੱਚ ਲੀਡਰਾਂ ਨੂੰ ਲੱਗਣ ਲੱਗ ਜਾਂਦਾ ਵੀ ਸਾਡਾ ਰੁਤਬਾ ਕਾਫੀ ਵੱਡਾ ਹੋ ਗਿਆ ਸਿਰਫ ਚੈਨਲਾਂ ਤੇ ਆਉਣ ਦੇ ਨਾਲ ਜਾਂ ਵੱਡੀਆਂ ਸਟੇਜਾਂ ਤੇ ਚੜ੍ਹ ਜਾਣ ਦੇ ਨਾਲ। ਜੇ ਕਿਸੇ ਨੂੰ ਇਉਂ ਲੱਗਦਾ ਵੀ ਪੰਜਾਬ ਦੀ ਵਿਧਾਨ ਸਭਾ 'ਚ ਸਾਡੇ ਬੈਠ ਕੇ ਇਹ ਜਿਹੜੇ ਕਿਸਾਨ ਲੀਡਰ ਨੇ ਉਹ ਕੋਈ ਕਿਸਾਨਾਂ ਦੇ ਹਿੱਤ 'ਚ ਫੈਸਲੇ ਲੈ ਲੈਣਗੇ, ਤਾਂ ਬਹੁਤ ਦੂਰ ਦੀ ਗੱਲ ਹੈ। ਵਿਧਾਨ ਸਭਾ 'ਚ ਬੈਠਣ ਦੀ ਗਰੰਟੀ ਤਾਂ ਇਹ ਗਰੰਟੀ ਕਰਨੀ ਪੈਂਦੀ ਹੈ। ਵਿਧਾਨ ਸਭਾ 'ਚ ਕੋਈ ਬੈਠ ਹੀ ਤਾਂ ਸਕਦਾ
ਜੇ ਅਸੀਂ ਸਾਮਰਾਜੀ ਸੰਸਥਾਵਾਂ ਦੇ ਫਰਮਾਨਾਂ ਤੇ ਫੁੱਲ ਚੜਾਵਾਂਗੇ, ਜੇ ਅਸੀਂ ਅਬਾਨੀ ਅਡਾਨੀ ਦੇ ਹਿਸਾਬ ਨਾਲ ਚੱਲਾਂਗੇ, ਜੇ ਅਸੀਂ ਪੰਜਾਬ ਦੇ ਵੱਡੇ ਵੱਡੇ ਜ਼ਗੀਰਦਾਰਾਂ ਵੱਡੇ ਵੱਡੇ ਜਿਹੜੇ ਘਰਾਣੇ ਆ ਉਹਨਾਂ ਦੀਆਂ ਹਦਾਇਤਾਂ ਮੰਨਾਂਗੇ, ਜਦੋਂ ਇਹ ਕੋਈ ਸਹਿਮਤੀ ਦੇ ਕੇ ਆਉਂਦਾ ਉਦੋਂ ਹੀ ਉਹ ਵਿਧਾਨ ਸਭਾ 'ਚ ਬਹਿੰਦਾ, ਉਦੋਂ ਹੀ ਉਹ ਚੱਲਦਾ। ਤੇ ਜੇ ਕੋਈ ਅਸਹਿਮਤੀ ਦੇ ਦੇ ਨਾ ਇਸ ਗੱਲ ਦੇ ਉੱਤੇ, ਪਹਿਲੀ ਗੱਲ ਤਾਂ ਵਿਧਾਨ ਸਭਾ 'ਚ ਪਹੁੰਚਦਾ ਨਹੀਂ। ਮੰਨ ਲਓ ਪਹੁੰਚ ਵੀ ਜਾਵੇ 1956 'ਚ ਹੀ 50ਵਿਆਂ 'ਚ ਹੀ ਜਦੋਂ ਕੇਰਲ ਦੇ ਵਿੱਚ CPM ਦੀ ਸਰਕਾਰ ਬਣ ਗਈ ਸੀ, ਕਾਮਰੇਡ ਹੁੰਦੇ ਸੀ ਉਦੋਂ ਉਹ ਕਹਾਉਂਦੇ, ਤੇ ਵੱਡੀ ਪਾਰਟੀ ਸੀ ਦੇਸ਼ ਦੀ CPI ਸੀ, CPM ਤਾਂ ਬਾਅਦ 'ਚ ਬਣੀ ਹੈ। ਤੇ ਮੁਲਕ ਦੀ ਕਾਂਗਰਸ ਨੂੰ ਤੇ ਹਾਕਮਾਂ ਨੂੰ ਐਂ ਲੱਗਿਆ ਵੀ ਇਹ ਤਾਂ ਕਾਮਰੇਡਾਂ ਦੀ ਸਰਕਾਰ ਆ ਗਈ, ਪਤਾ ਨਹੀਂ ਕੀ ਕਰ ਦੇਣਗੇ, ਉਹ ਤੋੜਤੀ ਉਹਨਾਂ ਨੇ, ਉਹ ਨਹੀਂ ਚੱਲਣ ਦਿੰਦੇ। ਇਸ ਕਰਕੇ ਭੁਲੇਖਾ ਪਾਰਲੀਮੈਂਟ 'ਚ ਜਾ ਕੇ, ਵਿਧਾਨ ਸਭਾ 'ਚ ਜਾ ਕੇ ਕੋਈ ਕਿਸਾਨਾਂ ਦੇ ਹਿੱਤਾਂ ਦੇ ਫੈਸਲੇ ਲਏ ਜਾ ਸਕਦੇ ਆ, ਨਹੀਂ ਲਏ ਜਾ ਸਕਦੇ। ਮੈਂ ਤੁਹਾਨੂੰ ਇੱਕ ਉਦਾਹਰਨ ਦੇਣੀ ਚਾਹੁੰਦਾ, ਪਾਰਲੀਮੈਂਟ ਦੇ ਮੈਂਬਰਾਂ ਦੀ ਔਕਾਤ ਕੀ ਹੈ। ਅੱਜ ਜਿਹੜੇ ਖੇਤੀ ਕਾਨੂੰਨ ਆਏ ਹੈ, ਇਹ ਖੇਤੀ ਕਾਨੂੰਨ ਸਾਮਰਾਜੀ ਵਿੱਤੀ ਸੰਸਥਾਵਾਂ ਦੇ ਫਰਮਾਨਾਂ ਤੇ ਆਏ ਆ, ਕਿਉਂਕਿ ਭਾਰਤ ਦੇ ਹਾਕਮਾਂ ਨੇ WTO ਤੇ ਦਸਤਖਤ ਕੀਤੇ ਹੋਏ ਆ, ਸੰਸਾਰ ਬੈਂਕ ਨਾਲ ਸੌਦੇ ਕੀਤੇ ਹੋਏ ਆ, ਸਹਿਮਤੀਆਂ ਦਿੱਤੀਆਂ ਹੋਈਆਂ। ਤੇ ਜਦੋਂ ਸਮਝੌਤਾ ਕਰਨ ਗਏ ਸੀ ਪਾਰਲੀਮੈਂਟ ਮੈਂਬਰਾਂ ਨੂੰ ਤਾਂ ਕਿਸੇ ਨੇ ਪੁੱਛਿਆ ਤੱਕ ਨਹੀਂ ਸੀ। ਮਨਮੋਹਨ ਸਿੰਘ ਜਿਹੜਾ ਉਸ ਵੇਲੇ ਕਿਤੋਂ ਚੋਣਾਂ ਜਿੱਤ ਕੇ ਨਹੀਂ ਸੀ ਆਇਆ ਹੋਇਆ, ਤੇ PV ਨਰਸਿਮਹਾ ਰਾਓ, ਇਹ ਦੋਵਾਂ ਨੇ, ਇੱਕ ਖਜ਼ਾਨਾ ਮੰਤਰੀ ਇੱਕ ਪ੍ਰਧਾਨ ਮੰਤਰੀ, ਜਾ ਕੇ ਇਹਨਾਂ ਵੱਡੀਆਂ ਜਿਹੜੀਆਂ ਭਾਰਤ ਦੇ ਲੋਕਾਂ ਦੀ ਕਿਸਮਤ ਦਾ ਫੈਸਲਾ ਕਰਨ ਵਾਲੇ ਸਮਝੌਤੇ ਸੀ ਉਹਨਾਂ ਤੇ ਦਸਤਖਤ ਕਰਿਆ ਸੀ। ਤੇ ਪਾਰਲੀਮੈਂਟ ਮੈਂਬਰਾਂ ਦੀ ਕੀ ਔਕਾਤ ਹੈ, ਤੇ ਵਿਧਾਨ ਸਭਾ ਦੀ ਤਾਂ ਉਦੋਂ ਵੀ ਬਾਹਲੀ ਛੋਟੀ ਔਕਾਤ ਆ, ਉਹ ਤਾਂ ਜਿੱਦਣ ਜੀ ਚਾਹੇ ਰਾਸ਼ਟਰਪਤੀ ਰਾਜ ਲਾ ਦੇਣ। ਜਿਹੜਾ ਚੜੂਨੀ ਸਾਹਿਬ ਕਹਿੰਦੇ ਆ, ਜਾਂ ਜਿਹੜਾ ਵੀ ਕੋਈ ਸੋਚਦਾ ਸੀ ਪੰਜਾਬ ਵਿਧਾਨ ਸਭਾ 'ਚ ਬੈਠ ਕੇ ਆਹ ਕਰ ਦਿਆਂਗੇ, ਉਹ ਇਸ ਭੁਲੇਖੇ ਦਾ ਸ਼ਿਕਾਰ ਹੈ। ਇੱਥੇ ਕੁਝ ਨਹੀਂ ਵੱਟਿਆ ਜਾਣਾ। ਭਰੋਸਾ ਹੋ ਸਕਦਾ ਜੇ 7 ਮਹੀਨੇ ਤੋਂ ਅੱਜ ਕਿਸਾਨ ਭਰੋਸਾ ਕਰਕੇ ਉਹਨਾਂ ਲੀਡਰਾਂ ਦੇ ਬੈਠੇ ਨੇ, ਤੇ ਕਿਸਾਨ ਵੀ ਤਾਂ ਕਹਿ ਰਹੇ ਨਾ ਵੀ ਅਸੀਂ ਭਰੋਸਾ ਕਰਨੇ ਆ। ਹੁਣ ਆਮ ਕਿਸਾਨ ਤੁਸੀਂ ਖੁਦ ਜਾ ਕੇ ਦੇਖੋਗੇ, ਸਿੰਘੂ ਹੋਵੇ, ਉਹ ਤਾਂ ਕਹਿ ਰਹੇ ਨੇ ਵੀ ਸਿਆਸੀ ਪਾਰਟੀਆਂ ਆਉਣੀ ਚਾਹੀਦੀ ਹੈ, ਇਹੀ ਲੀਡਰ ਅੱਗੇ ਜਾਣ। ਕਿ ਲੀਡਰਾਂ ਦੇ ਭਰੋਸਾ ਕੀਤਾ ਜਾ ਸਕਦਾ, ਜਿਹੜੇ ਹੁਣ ਲੀਡਰ ਨੇ 32 ਜਥੇਬੰਦੀ 'ਚ ਕੋਈ ਵੀ ਲੀਡਰ ਇੱਕ ਬਣ ਜਾਂਦਾ ਜਾਂ ਸਿਆਸਤ ਵਾਲੇ ਪਾਸੇ ਚਲਾ ਜਾਂਦਾ, ਭਰੋਸਾ ਕਰਨਗੇ ਲੋਕ? ਜੇ ਭਰੋਸਾ ਕੀਤਾ 7 ਮਹੀਨੇ ਤਾਂ ਲੰਘ ਹੀ ਗਏ ਨੇ ਨਾ। ਦੇਖੋ, ਭਰੋਸੇ ਦਾ ਤਾਂ ਮਸਲਾ ਵੀ ਜਿਹੜੀਆਂ ਇਹ ਪਾਰਟੀਆਂ, ਸਭ ਤੋਂ ਵੱਡੀ ਕਿਸਾਨ ਸੰਘਰਸ਼ ਦੀ ਤਕੜਾਈ ਹੋਈ ਇਸ ਗੱਲ 'ਚ ਹੈ ਵੀ ਪਾਰਟੀਆਂ ਇਹਦੇ ਤੋਂ ਪਾਸੇ ਹੈ। ਸਿਆਸੀ ਪਾਰਟੀਆਂ ਨੂੰ ਇਹਦੇ ਜਿਵੇਂ ਕਹਿੰਦੇ ਨੇੜੇ ਨਹੀਂ ਲੱਗਣ ਦਿੱਤਾ ਗਿਆ। ਇਸੇ ਕਰਕੇ ਇਹ ਸੰਘਰਸ਼ ਦੀ ਤਕੜਾਈ ਹੈ, ਤੇ ਲੋਕਾਂ ਦਾ ਹੰਗਾਰਾ ਵੀ ਇਸੇ ਕਰਕੇ ਹੈ ਵੀ ਇਹ ਤੋਂ ਪਾਰਟੀਆਂ ਬਾਹਰ ਹੈ। ਜਿੱਥੋਂ ਤੱਕ ਇਹ ਗੱਲ ਹੈ ਵੀ ਕਿਸੇ ਕਿਸਾਨ ਸੰਘਰਸ਼ ਲੀਡਰ ਤੇ ਭਰੋਸਾ ਕਰਕੇ ਤੇ ਉਹ ਚੋਣਾਂ 'ਚ ਜਾ ਵੜੇ, ਲੋਕਾਂ ਦਾ ਭਰੋਸਾ ਕਰ ਲੈਣਾ। ਲੋਕ ਤਾਂ ਵਿਚਾਰੇ ਹੁਣ ਤੱਕ ਹਰ ਵਾਰੀ ਕਿਸੇ ਨਾ ਕਿਸੇ ਤੇ ਭਰੋਸਾ ਕਰਦੇ ਹੀ ਹੈ। ਕੋਈ ਕਿਸਾਨ ਲੀਡਰ ਕਹਿ ਦੇਣ, ਹੋ ਸਕਦਾ ਵਕਤੀ ਤੌਰ ਤੇ ਲੋਕ ਉਹਦੇ ਤੇ ਵੀ ਭਰੋਸਾ ਕਰ ਲੈਣ। ਉਹਦਾ ਕਾਰਨ ਇਹ ਹੈ ਵੀ ਲੋਕਾਂ ਦੀ ਚੇਤਨਾ ਦੇ ਵਿੱਚ ਲੋਕ ਤਾਂ ਬਾਰ-ਬਾਰ ਸਰਕਾਰ ਬਦਲਦੇ ਆ। ਲੋਕ ਤਾਂ ਇਸ ਤਲਾਸ਼ 'ਚ ਹੈ ਵੀ ਕੋਈ ਸਾਡੀ ਜ਼ਿੰਦਗੀ ਸੌਖੀ ਕਰਨ ਵਾਲਾ ਇਸ ਤਖਤ ਤੇ ਬੈਠ ਜੇ। ਇਸ ਕਰਕੇ ਉਹ ਜਿਹੜਾ ਵੀ ਜਦੋਂ ਵੀ ਉਹਨਾਂ ਨੂੰ ਲੱਗਦਾ, ਕਦੇ ਆਪ ਵਾਲਿਆਂ ਨੇ ਨਾਅਰੇ ਦਿੱਤੇ, ਉਹਨਾਂ ਨੇ ਚੱਕ ਕੇ ਉਹਨੂੰ ਵੋਟਾਂ ਪਾਤੀਆਂ। ਕਦੇ ਕੋਈ ਹੋਰ ਆਉਂਦਾ, ਕਦੇ ਐਮਰਜੈਂਸੀ ਤੋਂ ਪਹਿਲਾਂ JP ਦੀ ਮੂਵਮੈਂਟ ਚੱਲੀ, ਉਹਨੇ ਸਮਾਜਵਾਦ ਲਿਆਉਣ ਦੀਆਂ, ਇਨਕਲਾਬ ਦੀਆਂ ਗੱਲਾਂ ਕੀਤੀਆਂ, ਲੋਕਾਂ ਨੇ ਉਹਨੂੰ ਵੋਟਾਂ ਪਾਤੀਆਂ। ਹੁਣ ਜੇ ਕੋਈ ਉੱਠ ਕੇ ਕਹਿ ਦੇ ਆਏ, ਉਹਦਾ ਪ੍ਰਚਾਰ ਤਕੜਾ ਹੋਵੇ, ਉਹਦੇ ਪੱਖ 'ਚ ਹਵਾ ਬਣ ਜੇ, ਹੋ ਸਕਦਾ ਲੋਕ ਉਹਨੂੰ ਵੋਟਾਂ ਪਾ ਦੇਣ। ਇਹ ਅਹਿਮ ਗੱਲ ਨਹੀਂ। ਕਾਰਨ ਇਹ ਹੈ ਵੀ ਲੋਕਾਂ ਦੀ ਚੇਤਨਾ 'ਚੋਂ ਇਹ ਗੱਲ ਹਾਲੇ ਮਿਸ ਹੈ, ਗਾਇਬ ਹੈ ਵੀ ਇਸ ਤਖਤ ਤੇ ਬੈਠ ਕੇ ਜਿਹੜਾ ਭਾਰਤ ਦੇ ਜ਼ਗੀਰਦਾਰਾਂ, ਵੱਡੇ ਸਰਮਾਏਦਾਰਾਂ ਤੇ ਸਾਮਰਾਜੀ ਜਿਹੜੇ ਮੁਲਕ ਹੈ, ਉਹਨਾਂ ਦਾ ਤਿੰਨਾਂ ਦੇ ਗੱਠਜੋੜ ਦਾ ਤਖਤ ਹੈ। ਇਹ ਉਹਨਾਂ ਦਾ ਬਣਾਇਆ ਤਖਤ ਹੈ, ਇਹਦੇ ਥੰਮ ਉਹਨਾਂ ਦੇ ਹੱਥਾਂ 'ਚ ਹੈ। ਇਹਦੇ ਤੇ ਬੈਠ ਕੇ ਕੋਈ ਉਹਨਾਂ ਦੇ ਹੱਕ 'ਚ ਫੈਸਲਾ ਕਰ ਹੀ ਨਹੀਂ ਸਕਦਾ। ਜਿੰਨਾ ਚਿਰ ਲੋਕਾਂ ਨੂੰ ਇਹ ਸੋਝੀ ਨਹੀਂ ਆਉਂਦੀ, ਉਹਨਾਂ ਚਿਰ ਲੋਕ ਇਹੋ ਜਿਹੇ ਨਾਅਰਿਆਂ ਤੋਂ ਭਰਮਾਏ ਜਾਂਦੇ ਰਹਿਣਗੇ, ਉਹ ਫਿਰ ਵੋਟਾਂ ਪਾਉਂਦੇ ਰਹਿਣਗੇ, ਉਹ ਫਿਰ ਕੋਈ ਬੈਠ ਜਾਊਗਾ। ਆਖਰਕਾਰ ਲੋਕਾਂ ਨੂੰ ਉਹੀ ਹੋਊਗੀ। ਇਸ ਕਰਕੇ ਲੋਕਾਂ ਦੀ ਚੇਤਨਾ ਦਾ ਵਿਕਾਸ ਜ਼ਰੂਰੀ ਹੈ, ਤੇ ਕਿਸਾਨ ਸੰਘਰਸ਼ ਇਹ ਕੰਮ ਕਰ ਰਿਹਾ, ਉਹਨਾਂ ਦੀ ਚੇਤਨਾ 'ਚ ਵਾਧਾ ਕਰ ਰਿਹਾ। ਪਰ ਇੱਕੋ ਕਿਸਾਨ ਸੰਘਰਸ਼ ਨੇ ਸਾਰਾ ਕੁਝ ਨਹੀਂ ਕਰ ਦੇਣਾ। ਇੱਕ ਸੰਘਰਸ਼, ਅਗਲਾ ਸੰਘਰਸ਼, ਉਦੋਂ ਅਗਲਾ ਸੰਘਰਸ਼, ਇੱਕ ਕੜੀ ਹੁੰਦੀ ਹੈ। ਇਹਦੇ ਰਾਹੀਂ ਜਿਹੜੀ ਲੋਕਾਂ ਦੀ ਚੇਤਨਾ ਵਿਕਾਸ ਕਰਦੀ ਹੈ ਤੇ ਲੋਕ ਇੱਥੋਂ ਤੱਕ ਸੋਚਣ ਲੱਗਦੇ ਆ। ਹੁਣ ਸਿਸਟਮ ਵਿੱਚ ਕੀ ਫਸਾਇਆ ਜਾ ਰਿਹਾ? ਚਲੋ ਬਿਆਨਬਾਜ਼ੀ ਚੜੂਨੀ ਸਾਹਿਬ ਨੇ ਕੀਤੀ, ਕਈ ਹੋਰ ਆਮ ਲੋਕ ਵੀ ਕਹਿ ਦਿੰਦੇ ਨੇ, ਜਿਨ੍ਹਾਂ ਨੂੰ ਸਮਝ ਹੈਗੀ ਹੈ, ਜਿਨ੍ਹਾਂ ਨੂੰ ਨਹੀਂ ਵੀ ਸਮਝ ਉਹ ਵੀ ਬੋਲ ਦਿੰਦੇ ਨੇ ਵੀ ਠੀਕ ਹੈ ਸਿਆਸੀ ਪਾਰਟੀ ਆਉਣੀ ਚਾਹੀਦੀ ਹੈ। ਤੇ ਦੂਸਰੇ ਪਾਸੇ ਕੀ ਲੱਗਦਾ ਹੈ ਵੀ ਜੇ ਕਿਸਾਨੀ ਮੋਰਚੇ ਵਿੱਚੋਂ ਕੋਈ ਸਿਆਸੀ ਪਾਰਟੀ ਨਿਕਲਦੀ ਫਿਰ ਬਦਲ ਕੀ ਹੈ? ਠੀਕ ਹੈ, BJP ਦਾ ਵਿਰੋਧ ਕਰਨ ਵਾਸਤੇ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ, ਫਿਰ ਜਿਤਾਣਾ ਕਿਹਨੂੰ ਹੈ? ਜੇ BJP ਦਾ ਵਿਰੋਧ ਕਰ ਰਹੇ ਹੋ ਤਾਂ ਜਿਤਾਣਾ ਕਿਹਨੂੰ ਹੈ? ਇਹ ਵੀ ਤਾਂ ਲੋਕੀ ਸਵਾਲ ਕਰਨਗੇ ਨਾ ਕਿਸਾਨ, ਭਾਈ ਜਿਤਾਈਏ ਕਿਹਨੂੰ ਅਸੀਂ ਫਿਰ? ਬਿਲਕੁਲ। ਦੇਖੋ, ਇੱਕ ਸਮਝ ਸੰਯੁਕਤ ਕਿਸਾਨ ਮੋਰਚੇ ਦੀ ਸਮਝ ਹੈ। ਸੰਯੁਕਤ ਕਿਸਾਨ ਮੋਰਚੇ ਦੀ ਤਾਂ ਸੱਦਾ ਇਹ ਹੈ, ਪਹਿਲਾਂ ਵੀ ਉਹਨਾਂ ਨੇ ਸੱਦਾ ਦਿੱਤਾ ਉੱਥੇ ਵੀ BJP ਨੂੰ ਹਰਾਓ। ਇਹ ਉਹਨਾਂ ਦਾ ਹੈਗਾ ਵੀ BJP ਨੂੰ ਸਜ਼ਾ ਦਿਓ, ਕਿਉਂਕਿ ਉਹਨੇ ਕਿਸਾਨਾਂ ਦੇ ਨਾਲ ਐਂ ਕੀਤਾ, ਇਸ ਕਰਕੇ ਉਹਨੂੰ ਸਜ਼ਾ ਦਿਓ। ਇਹ ਸੰਯੁਕਤ ਮੋਰਚੇ ਦੀ ਸਮਝ ਹੈ। ਉਹ ਇਹ ਨਹੀਂ ਕਹਿੰਦਾ ਵੀ ਫਲਾਣੇ ਨੂੰ ਜਿਤਾਓ, ਫਲਾਣੇ ਨੂੰ ਨਾ ਜਿਤਾਓ। ਇਹ ਕਿਸਾਨ ਤਾਂ ਆਮ ਲੋਕ ਤਾਂ ਕਹਿਣਗੇ, ਕਿਸਾਨ ਵੀ ਤਾਂ ਕਹਿਣਗੇ। ਮੈਂ ਇਹੀ ਗੱਲ ਕਹਿ ਰਿਹਾ ਵੀ ਪਹਿਲੀ ਗੱਲ, ਸੰਯੁਕਤ ਕਿਸਾਨ ਮੋਰਚਾ ਜਾਂ ਕਿਸਾਨ ਲੀਡਰਸ਼ਿਪ ਤੋਂ ਕਿਸੇ ਮੁਲਕ 'ਚ ਜਿਹੜਾ ਕੰਮ ਕਿਸੇ ਪੋਲੀਟੀਕਲ ਪਾਰਟੀ ਨੇ ਕਰਨਾ ਹੁੰਦਾ, ਜਿਹੜਾ ਰੋਲ ਕਿਸੇ ਸਿਆਸੀ ਪਾਰਟੀ ਨੇ ਨਿਭਾਉਣਾ ਹੁੰਦਾ, ਉਸ ਰੋਲ ਦੀ ਆਸ ਨਹੀਂ ਕਰਨੀ ਚਾਹੀਦੀ। ਕਿਉਂ ਕੀਤੀ ਜਾ ਰਹੀ ਹੈ? ਇਸ ਕਰਕੇ ਕੀਤੀ ਜਾ ਰਹੀ ਹੈ ਕਿਉਂਕਿ ਲੋਕਾਂ ਦੀ ਕੋਈ ਆਪਦੀ ਸਿਆਸੀ ਪਾਰਟੀ ਹੈ ਨਹੀਂ।
ਲੋਕਾਂ ਦੀ ਕੋਈ ਇਹੋ ਜਿਹੀ ਸਿਆਸੀ ਸ਼ਕਤੀ ਨਹੀਂ ਹੈ ਜਿਹੜੀ ਲੋਕਾਂ ਨੂੰ ਰਾਹ ਦਿਖਾ ਸਕੇ, ਲੋਕਾਂ ਦੀ ਅਗਵਾਈ ਕਰ ਸਕੇ। ਮੇਰੇ ਕੋਲੇ ਤਾਂ ਇਹਦਾ ਜਵਾਬ ਹੈਗਾ। ਮੈਂ ਤਾਂ ਕਹਿਣਾ ਕੀ ਕਰਨਾ ਚਾਹੀਦਾ, ਇਸ ਦੇਸ਼ ਦੇ ਅੰਦਰ ਇਨਕਲਾਬ ਦੀ ਜ਼ਰੂਰਤ ਆ, ਤੇ ਇਨਕਲਾਬ ਇਸ ਵੋਟਾਂ ਦੇ ਰਾਹੀਂ, ਇਸ ਪਾਰਲੀਮੈਂਟ, ਇਸ ਵਿਧਾਨ ਸਭਾ ਰਾਹੀਂ ਨਹੀਂ ਹੁੰਦਾ। ਇਨਕਲਾਬ ਦਾ ਮਤਲਬ ਹੈ ਦੇਸ਼ ਦੇ ਪੈਦਾਵਾਰ ਦੇ ਸੋਮਿਆਂ ਤੇ, ਇਹਦੇ ਜ਼ਮੀਨ ਤੇ, ਇਹਦੇ ਕਾਰਖਾਨਿਆਂ ਤੇ, ਇਹਦੇ ਕੁੱਲ ਸਾਧਨਾਂ ਦੇ ਉੱਤੇ ਜਿਹੜਾ ਕੰਪਨੀਆਂ ਦਾ ਕਬਜ਼ਾ ਹੈ, ਜਿਹੜਾ ਵੱਡੇ ਜ਼ਗੀਰਦਾਰਾਂ ਦਾ, ਸਰਮਾਏਦਾਰਾਂ ਦਾ ਕਬਜ਼ਾ, ਉਹ ਕਬਜ਼ਾ ਹਟਾਉਣਾ। ਲੋਕਾਂ ਨੇ ਆਪਦੇ ਹੱਥ ਲੈਣਾ, ਆਪਦੀ ਸਰਕਾਰ ਬਣਾਉਣੀ ਹੈ। ਉਹ ਸਰਕਾਰ ਦਾ ਮਤਲਬ ਇਹਨਾਂ ਵੋਟਾਂ ਰਾਹੀਂ ਥੋੜ੍ਹਾ ਬਣਨੀ ਹੈ। ਇਸ ਕਰਕੇ ਇਹ ਕਿਹਾ ਜਾਂਦਾ ਵੀ ਕਿਸਾਨਾਂ ਨੂੰ ਸਿਆਸਤ ਤੋਂ ਦੂਰ ਰਹਿਣਾ ਚਾਹੀਦਾ। ਨਹੀਂ, ਕਿਸਾਨਾਂ ਨੂੰ ਸਿਆਸਤ ਤੋਂ ਦੂਰ ਨਹੀਂ ਰਹਿਣਾ ਚਾਹੀਦਾ, ਸਿਆਸੀ ਹੋਣਾ ਚਾਹੀਦਾ। ਪਰ ਪ੍ਰੋਬਲਮ ਇਹ ਹੈ, ਸਮੱਸਿਆ ਇਹ ਹੈ ਵੀ ਸਾਡੇ ਸਮਝ ਜਿਹੜੀ ਵਿਧਾਨ ਸਭਾ 'ਚ ਜਾਣਾ, ਪਾਰਲੀਮੈਂਟ ਜਾਣਾ, ਇਸੇ ਨੂੰ ਸਿਆਸਤ ਸਮਝ ਲਿਆ ਜਾਂਦਾ। ਇਹ ਤਾਂ ਹਾਕਮਾਂ ਦੀ ਸਿਆਸਤ ਹੈ, ਇਹ ਤਾਂ ਹਾਕਮ ਜਮਾਤਾਂ ਦੀ ਸਿਆਸਤ ਹੈ, ਉਹਨਾਂ ਦੀ ਖੇਡ ਹੈ। ਲੋਕਾਂ ਦੀ ਸਿਆਸਤ ਤੋਂ ਵੱਖਰੀ ਹੈ। ਲੋਕਾਂ ਦੀ ਸਿਆਸਤ ਸੰਘਰਸ਼ਾਂ ਦੇ ਵਿੱਚੋਂ ਨਿਕਲਦੀ ਹੈ। ਇਹਨਾਂ ਯੂਨੀਅਨਾਂ 'ਚੋਂ, ਇਹਨਾਂ ਸੰਘਰਸ਼ਾਂ ਦੇ ਵਿੱਚੋਂ ਹੀ ਲੋਕਾਂ ਦੀ ਆਪਦੀ ਪਾਰਟੀ ਨਿਕਲੂਗੀ, ਆਪਦੀ ਸਿਆਸੀ ਪਾਰਟੀ ਨਿਕਲੂਗੀ। ਪਰ ਜਦੋਂ ਕਿ ਇੱਕ ਸੰਘਰਸ਼ 'ਚੋਂ ਸਿੱਧੀ ਪਾਰਟੀ ਕੱਢਣ ਤੁਰਦਾ, ਜਿਵੇਂ ਪਹਿਲਾਂ ਕੁਝ ਭਾਈ ਬੰਦੂ ਤੁਰੇ ਸੀ, ਉਹਨਾਂ ਦੀ ਦਿਲਚਸਪੀ ਵੀ ਸੀਗੀ ਨਾ ਪਾਰਟੀ ਕੱਢਣ ਦੀ, ਉਹ ਸਕੀਮ ਵੀ ਇਹੀ ਸੀ। ਉਹ ਪਾਰਟੀ ਕੱਢ ਕੇ ਵਿਧਾਨ ਸਭਾ 'ਚ ਪਾਰਟੀ ਬਣਾ ਕੇ ਵਿਧਾਨ ਸਭਾ ਚੋਣਾਂ ਲੜ ਕੇ ਗੱਦੀ ਉੱਥੇ ਆਉਣ ਦੀ ਸਾਜ਼ਿਸ਼ ਸੀ। ਉਸ ਵਿਚਾਰ ਦੇ ਅਸੀਂ ਖਿਲਾਫ ਹਾਂ, ਉਸ ਵਿਚਾਰ ਨੂੰ ਅਸੀਂ ਰੱਦ ਕਰਦੇ ਹਾਂ। ਪਰ ਲੋਕਾਂ ਨੂੰ ਆਪਣੇ ਸੰਘਰਸ਼ਾਂ ਦੇ ਵਿੱਚੋਂ ਆਪਦੀ ਸਿਆਸਤ ਦੀ ਤਲਾਸ਼ ਕਰਨੀ ਪੈਣੀ ਹੈ। ਆਪਦੀ ਲੋਕ ਪੱਖੀ ਜਿਹੜੀ ਸਿਆਸਤ ਤੇ ਜਿਹੜਾ ਲੋਕ ਪੱਖੀ ਬਦਲ ਹੈ, ਉਹ ਲੱਭਣਾ ਪੈਣਾ। ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਇੱਕ ਸੰਘਰਸ਼ ਦੇ ਉੱਤੇ ਇਹ ਚੀਜ਼ਾਂ ਮੜ ਦਿੱਤੀਆਂ ਜਾਣ। ਜਦੋਂ ਲੋਕਾਂ ਦੀ ਚੇਤਨਾ ਇੱਥੋਂ ਤੱਕ ਪਹੁੰਚ ਜੂਗੀ, ਵਿਕਾਸ ਕਰ ਜੂਗੀ, ਉਹ ਆਪਦੀ ਪਾਰਟੀ ਬਣਾ ਲੈਣਗੇ, ਸਿਆਸੀ ਪਾਰਟੀ ਬਦਲ ਵੀ ਕਰ ਲੈਣਗੇ। ਦੁਨੀਆ ਦੇ ਦੇਸ਼ਾਂ ਦੇ ਵਿੱਚ ਇਨਕਲਾਬ ਕਿਵੇਂ ਹੋਏ, ਉਹ ਇਹਨਾਂ ਵੋਟਾਂ ਰਾਹੀਂ ਨਹੀਂ ਹੋਏ। ਉਹ ਤਜਰਬਾ ਲੋਕਾਂ ਨੂੰ ਆਖਰਕਾਰ ਸਮਝਣਾ ਪੈਣਾ, ਪੁੱਜਣਾ ਪੈਣਾ। ਉਦੋਂ ਬਿਨਾਂ ਕੋਈ ਬਦਲ ਨਹੀਂ ਹੈ। 200 ਹੁਣ ਜਥਾ ਇੱਕ ਹੈਗਾ, ਉਹ 22 ਤਰੀਕ ਨੂੰ ਚੱਲਿਆ ਸੰਸਦ ਘੇਰਨ ਵਾਸਤੇ। ਤਾਂ ਦੂਸਰੇ ਪਾਸੇ ਸੰਯੁਕਤ ਕਿਸਾਨ ਮੋਰਚੇ ਨੇ ਵੀ ਕਾਲ ਦਿੱਤੀ ਹੈ ਵੀ ਅਸੀਂ ਹੁਣ 200 ਵਿਅਕਤੀ ਕਰਕੇ ਭੇਜਾਂਗੇ। ਕੀ ਲੱਗਦਾ ਇਹ ਫੈਸਲਾ ਸਹੀ ਹੈ? ਇਸ ਤਰੀਕੇ ਨਾਲ ਬੀਜੇਪੀ ਸਰਕਾਰ ਤੇ ਕੋਈ ਦਬਾਅ ਪਏਗਾ? ਉਹ ਸਾਰਾ ਨਾਲ ਵੱਡਾ ਸਵਾਲ ਹੈ, ਸ਼ਾਇਦ ਅੱਗੇ ਜਾਣ ਦੇਣ ਕਿ ਨਾ ਦੇਣ। 200 ਵਿਅਕਤੀ ਨੇ ਦਿੱਲੀ ਵਿੱਚ ਐਂਟਰ ਹੋਣ ਦੇਣ ਕਿ ਨਹੀਂ ਹੋਣ ਦੇਣ, ਉਹ ਤਾਂ 22 ਤਰੀਕ ਨੂੰ ਪਤਾ ਲੱਗੂਗਾ। ਪਰ ਇਹ ਫੈਸਲਾ ਸਹੀ ਹੈ? ਦੇਖੋ, ਫੈਸਲੇ ਸਹੀ ਜਾਂ ਗਲਤ ਦਾ ਸਵਾਲ ਨਹੀਂ ਹੈ। ਫੈਸਲਾ ਤਾਂ ਇਹ ਹੈ ਵੀ ਕਿਸਾਨ ਸੰਘਰਸ਼ ਇਸ ਲੰਬੇ ਅਰਸੇ ਦੇ ਵਿੱਚ ਵੱਖ-ਵੱਖ ਸ਼ਕਲਾਂ ਅਪਣਾ ਰਿਹਾ। ਪਾਰਲੀਮੈਂਟ ਦੇ ਵਿੱਚ ਐਮਪੀਆਂ ਨੂੰ ਪਹਿਲਾਂ ਇਹ ਕਿਸਾਨਾਂ ਨੇ ਕਹਿਣਾ ਵੀ ਤੁਸੀਂ ਆ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ, ਇਹਦੇ ਵਿੱਚ ਆ ਸਾਡੀ ਆਵਾਜ਼ ਉਠਾਓ। ਉਦੋਂ ਬਾਅਦ ਚੱਲਦੇ ਸੈਸ਼ਨ ਦੇ ਦੌਰਾਨ ਉਹਨਾਂ ਨੇ ਸੈਸ਼ਨ ਦੇ ਪਾਰਲੀਮੈਂਟ ਕੋਲੇ ਜਾ ਕੇ ਰੋਸ ਪ੍ਰਗਟ ਕਰਨ ਦਾ ਫੈਸਲਾ ਕੀਤਾ। ਇਹ ਤਾਂ ਸੰਘਰਸ਼ ਦੀਆਂ ਅੱਡ-ਅੱਡ ਸ਼ਕਲਾਂ ਨਾ ਹੀ ਇਹ ਮੈਂ ਇਹ ਸਮਝਦਾ ਵੀ ਇਹ ਕੋਈ ਇਹੋ ਜਿਹੀ ਸ਼ਕਲ ਨਹੀਂ ਹੈ ਵੀ ਇਹ ਬਹੁਤ ਫੈਸਲਾ ਕੌਣ ਹੈ ਵੀ ਇਹਨੇ ਤਾਂ ਜਿਵੇਂ ਕੋਈ ਸਰਕਾਰ ਸਿੱਟ ਦੇਣੀ ਹੈ। ਜਿਵੇਂ ਹੋਰ ਅੱਡ-ਅੱਡ ਸ਼ਕਲਾਂ ਉਵੇਂ ਹੀ ਇਹ ਇੱਕ ਸ਼ਕਲ ਹੈ। ਵੈਸੇ ਵੀ ਇਹ ਇੱਕ ਸੰਕੇਤਕ ਮਾਰਚ ਬਣਦਾ। ਜਦੋਂ ਲਿਮਟ ਕੀਤਾ ਗਿਆ ਵੀ ਇੱਕ ਜਥੇਬੰਦੀ ਦੇ 5 ਬੰਦੇ ਤੇ 40 ਜਥੇਬੰਦੀਆਂ ਦੇ ਹਿਸਾਬ ਨਾਲ ਉਹਨਾਂ ਨੇ ਲਾਏ ਆ ਵੀ ਇਹ 200 ਜਿਹੜਾ ਬੰਦੇ ਦਾ ਜਥਾ ਬਣੂਗਾ, ਇਹਦਾ ਮਤਲਬ ਵੀ ਇਹ ਸੰਕੇਤਕ ਹੈ। ਉਹ ਭਾਵੇਂ ਇੱਥੇ ਰੋਕ ਲੈਣ ਜਿੱਥੋਂ ਉਹਨਾਂ ਨੇ ਤੁਰਨਾ, ਭਾਵੇਂ ਕਿਤੇ ਰਸਤੇ 'ਚ ਰੋਕ ਲੈਣ, ਅਰੈਸਟਾਂ ਕਰ ਲੈਣ, ਜੇਲ੍ਹ 'ਚ ਡੱਕ ਦੇਣ ਜਾਂ ਛੱਡ ਦੇਣ। ਇਹ ਸ਼ਕਲ ਆਪਦੇ ਆਪ ਦੇ ਵਿੱਚ ਕਿਸਾਨਾਂ ਦੇ ਮਸਲੇ ਨੂੰ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਉਭਾਰਨ ਦਾ, ਹਕੂਮਤ ਦਾ ਪਰਦਾ ਚਾਕ ਕਰਨ ਦਾ ਵੀ ਉਹਨਾਂ ਦੀ ਗੱਲ ਨਹੀਂ ਸੁਣ ਰਹੀ। ਕਿਸਾਨਾਂ ਦੇ ਰੋਸ ਨੂੰ ਇੱਕ ਰਾਹ ਹੈ ਇਹ। ਪਰ ਆਪਣੇ ਆਪ 'ਚ ਮੈਂ ਉਹ ਨਹੀਂ ਸਮਝਦਾ ਵੀ ਕੋਈ ਇਸ ਕਿਸਮ ਦੀ ਫੈਸਲਾ ਕੁਨ ਸ਼ਕਲ ਆ ਵੀ ਇਹਨੇ ਤਾਂ ਸੰਘਰਸ਼ ਦਾ ਰੁਖ ਬਦਲ ਦੇਣਾ ਤੇ ਹਕੂਮਤ ਹੈ ਜਿਹੜੀ ਉਹ ਡਿੱਗ ਪੂਗੀ। ਜਿਵੇਂ ਹੋਰ ਸ਼ਕਲਾਂ ਚੱਲ ਰਹੀਆਂ ਉਵੇਂ ਇੱਕ ਇਹ ਸ਼ਕਲ ਹੈ, ਇਦੋਂ ਅੱਗੇ ਵੀ ਸ਼ਕਲਾਂ ਆਉਂਦੀਆਂ ਰਹਿਣਗੀਆਂ। ਅੰਦੋਲਨ ਜਿੰਦਾ ਹੱਲੇ। ਹਾਂ, ਮੈਂ ਇਸ ਕਰਕੇ ਕਹਿਣਾ ਵੀ ਆਉਂਦੀਆਂ ਰਹਿਣਗੀਆਂ ਕਿਉਂਕਿ ਮੋਦੀ ਸਰਕਾਰ ਦੇ ਝੁਕਣ ਦਾ, ਲਿਪਣ ਦਾ ਹਾਲੇ ਕੋਈ ਇਰਾਦਾ ਨਹੀਂ ਲੱਗਦਾ। ਕਿਉਂਕਿ ਕਾਰਪੋਰੇਟਾਂ ਨਾਲ ਵਫਾਦਾਰੀ ਤੇ ਇਹ ਕਾਨੂੰਨ ਹੈ ਜਿਹੜੇ ਖੇਤੀ ਸੈਕਟਰ 'ਚ ਲਿਆ ਕੇ ਖੇਤੀ ਕਾਰਪੋਰੇਟਾਂ ਦੇ ਹਵਾਲੇ ਕਰਨ ਦੀ ਜਿਹੜੀ ਇਹ ਵਿਉਂਤ ਹੈ, ਇਹ ਵਿਉਂਤ ਐਡੀ ਜ਼ੋਰਦਾਰ ਹੈ ਵੀ ਇਹਦੇ ਤੋਂ ਪਿੱਛੇ ਮੁੜਨਾ ਉਹਨਾਂ ਨੂੰ ਲੱਗਦਾ ਵੀ ਜੇ ਇਹ ਤੋਂ ਪਿੱਛੇ ਮੁੜ ਗਏ ਫਿਰ ਕਾਹਦੀ ਸਾਮਰਾਜੀਆਂ ਨਾਲ ਵਫਾਦਾਰੀ, ਕਾਹਦੀ ਕਾਰਪੋਰੇਟਾਂ ਨਾਲ ਵਫਾਦਾਰੀ। ਹਾਲੇ ਉਹ ਕਹਿੰਦੇ ਸਾਡੇ 'ਚ ਇੰਨਾ ਦਮ ਹੈਗਾ, ਅਸੀਂ ਖੜ ਸਕਦੇ ਹਾਂ, ਤੇ ਕਿਸਾਨ ਆਪਣਾ ਦਮ ਦਿਖਾ ਰਹੇ ਆ। ਆਖਰਕਾਰ ਇਸ ਦਮ ਦੀ ਕੋਈ ਪਰਖ ਹੈ ਤੇ ਅਸੀਂ ਤਾਂ ਇਹ ਸਮਝਦੇ ਹਾਂ ਵੀ ਲੋਕਾਂ ਨੇ, ਕਿਸਾਨਾਂ ਨੇ ਆਪਣੇ ਇਸ ਦਮ ਨੂੰ, ਇਸ ਤਾਕਤ ਨੂੰ ਆਉਣ ਵਾਲੇ ਸਮੇਂ 'ਚ ਹੋਰ ਵੱਡੀ ਕਰਨਾ ਪੈਣਾ, ਇਹਨੂੰ ਵਿਸ਼ਾਲ ਕਰਨਾ ਪੈਣਾ। ਤੇ ਲੋਕਾਂ ਨੂੰ ਇਹ ਅਹਿਸਾਸ ਵੀ ਬਣ ਰਿਹਾ ਇਹਦੇ ਦੌਰਾਨ ਵੀ ਦੇਖੋ, ਇੱਕ ਇਹ ਸਵਾਲ ਹੈ ਜਿਵੇਂ ਲੋਕਾਂ ਨੂੰ ਲੱਗਦਾ ਵੀ ਹੁਣ ਤਾਂ ਐਡੀ ਵੱਡੀ ਗੱਲ ਕਰਤੀ ਵੀ ਅਸੀਂ ਦਿੱਲੀ ਜਾ ਕੇ ਬਹਿ ਗਏ, ਹੁਣ ਤਾਂ ਸਰਕਾਰ ਝੁਕ ਜਾਣੀ ਚਾਹੀਦੀ ਹੈ। ਨਹੀਂ, ਦੇਖੋ ਇਹ ਗੱਲ ਇਹੀ ਦੱਸ ਰਹੀ ਹੈ ਵੀ ਹਾਲੇ ਵੀ ਇਹ ਬਹੁਤ ਵੱਡੀ ਗੱਲ ਨਹੀਂ ਹੈ। ਲੋਕਾਂ ਦੀ ਤਾਕਤ ਆਪਣੇ ਪਿੰਡਾਂ 'ਚ ਹੈ, ਲੋਕਾਂ ਦੀ ਤਾਕਤ ਪੇਂਡੂ ਖੇਤਰਾਂ 'ਚ ਹੈ। ਲੋਕਾਂ ਨੂੰ ਕਾਰਪੋਰੇਟਾਂ ਤੇ ਕਾਰੋਬਾਰਾਂ ਦੀ ਚੂੜੀ ਹੋਰ ਕੱਸਣੀ ਚਾਹੀਦੀ ਹੈ, ਲੋਕਾਂ ਨੂੰ ਬੀਜੇਪੀ ਵਾਲਿਆਂ ਦੀ ਚੂੜੀ ਹੋਰ ਕੱਸਣੀ ਚਾਹੀਦੀ ਹੈ। ਇਹ ਹਾਲਾਤ ਪੈਦਾ ਕਰਨੇ ਚਾਹੀਦੇ ਆ ਵੀ ਇਸ ਮੁਲਕ ਦੇ ਅੰਦਰ ਵੱਡੀ ਹਿਲਜੁਲ ਹੈ ਜਿਹੜੀ ਹਕੂਮਤ ਦੇ ਵਾਸਤੇ ਸਾਹਮਣੀ ਮੁਸ਼ਕਲ ਲੱਗੇ, ਉਹਨੂੰ ਉਸ ਪੱਧਰ ਦੀ ਹਿਲਜੁਲ ਤੱਕ ਜਾ ਕੇ ਹਕੂਮਤ ਝੁਕਣ ਵਾਸਤੇ। ਮੇਰਾ ਇੱਕ ਆਖਰੀ ਸਵਾਲ ਹੈ ਕਿ ਇੱਕ ਬੜੀ ਚਰਚਾ ਬਣੀ ਹੋਈ ਸੀ ਕਿ ਜਥੇਬੰਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ, ਆਪਾਂ ਦੇਖਦੇ ਸੀ ਸੋਸ਼ਲ ਮੀਡੀਆ ਦੇ ਉੱਤੇ, ਜਾਂ ਹੋਰ ਵੀ ਕਈ ਵਿਅਕਤੀ ਕਹਿ ਦਿੰਦੇ ਸੀ। ਤਾਂ ਉਹ ਵਿਅਕਤੀ ਕਿੱਥੇ ਨੇ ਅੱਜ ਕੱਲ੍ਹ? ਕੋਈ ਦਿਖਾਈ ਦਿੰਦਾ ਹੈ ਜੇ ਕੋਈ ਹੁਣ ਵਿਅਕਤੀ ਗੱਲ ਕਰਦਾ? ਕਿਉਂਕਿ 7 ਮਹੀਨੇ ਹੋ ਗਏ, ਚਿੱਟੀ ਦਾੜੀ ਵਾਲੇ ਬਾਬੇ ਵੀ ਉੱਥੇ ਬੈਠੇ ਨੇ, ਖੱਟੀਆਂ ਚੁੰਨੀਆਂ ਵਾਲੀਆਂ ਬੀਬੀਆਂ ਵੀ ਉੱਥੇ ਬੈਠੀਆਂ ਨੇ, ਨੌਜਵਾਨ ਵੀ ਉੱਥੇ ਬੈਠਾ। ਫਿਰ ਜੋ ਚਰਚਾ ਛਿੜ ਪੈਂਦੀ ਹੈ ਵੀ ਲੱਤਾਂ ਭਾਰ ਨਹੀਂ ਚੱਲਦੀਆਂ, ਫਿਰ ਅੱਜ ਉਹ ਵਿਅਕਤੀ ਕਿਉਂ ਨਹੀਂ ਜਾਂਦੇ ਕਿਸਾਨੀ ਮੋਰਚੇ 'ਚ, ਜਾਂ ਹਮਾਇਤ ਕਿਉਂ ਨਹੀਂ ਕਰਦੇ ਪਏ ਆਪਣੀ ਜਾ ਕੇ ਉੱਥੇ?
ਦੇਖੋ ਇਸ ਗੱਲ ਦਾ ਜ਼ਿਆਦਾ ਬਿਹਤਰ ਜਵਾਬ ਤਾਂ ਉਹੀ ਦੇ ਸਕਦੇ ਨੇ ਜਿਹੜੇ ਨਹੀਂ ਜਾਂਦੇ। ਉਹ ਜਿੱਥੋਂ ਤੱਕ ਸਵਾਲ ਇਹ ਹੈ ਵੀ ਇਹ ਤਾਂ ਇਸ ਗੱਲ ਦਾ ਹੀ ਪ੍ਰਗਟਾਵਾ ਹੈ ਤੇ ਇਹੀ ਦਿਖਾਉਂਦੀ ਗੱਲ ਹੈ ਵੀ ਉਸ ਵੇਲੇ ਜਾਣ ਦਾ ਮੰਤਵ ਕੀ ਸੀ। ਜਦੋਂ ਮੇਲਾ ਭਰਿਆ ਹੁੰਦਾ ਹੈ ਉਸ ਦੇ ਵਿੱਚ ਗੜਬੜ ਕਰਨ ਦੀਆਂ, ਉਹਦੇ ਵਿੱਚ ਆਪਦਾ ਏਜੰਡਾ ਲਾਗੂ ਕਰਨ ਦੀਆਂ ਗੁੰਜਾਇਸ਼ਾਂ ਜ਼ਿਆਦਾ ਹੁੰਦੀਆਂ। ਜਦੋਂ ਉਹ ਹਿੱਸੇ ਰਹਿ ਜਾਂਦੇ ਆ ਜਿਹੜੇ ਜ਼ਿਆਦਾ ਐਂ ਕਹਿ ਲਓ ਵੀ ਇਰਾਦਾ ਜਿਨ੍ਹਾਂ ਦਾ ਤਕੜਾ ਹੈ, ਜਿਨ੍ਹਾਂ ਦਾ ਹੌਸਲਾ ਮਜ਼ਬੂਤ ਹੈ, ਉਹਨਾਂ ਹਿੱਸਿਆਂ ਦੇ ਵਿੱਚ ਜਾ ਕੇ ਗੜਬੜ ਕਰਨ ਦੀਆਂ ਗੁੰਜਾਇਸ਼ਾਂ ਘਟ ਜਾਂਦੀਆਂ। ਇਸੇ ਕਰਕੇ ਤਾਂ ਸੰਯੁਕਤ ਮੋਰਚੇ ਵਾਲਿਆਂ ਨੇ ਇਹੋ ਜਿਹੇ ਅਨਸਰਾਂ ਨੂੰ ਧਿਆਨ 'ਚ ਰੱਖ ਕੇ ਹੀ ਇਹ ਕੀਤਾ ਵੀ 200 ਦਾ ਜਿਹੜਾ ਉਹ ਜਥਾ ਪਾਰਲੀਮੈਂਟ ਵੱਲ ਜਾਊਗਾ। ਨਹੀਂ ਉਹ ਆਏ ਨਾ ਕਹਿ ਲੈਂਦੇ, ਪਹਿਲਾਂ ਵੀ ਤਾਂ ਕੀਤਾ ਹੀ ਸੀ, ਉਹਨਾਂ ਕਰਕੇ ਹੀ ਰੱਦ ਕਰਨਾ ਪਿਆ ਸੀ। ਹੁਣ ਵੀ ਇਹ ਕੀਤਾ ਵੀ ਤਾਂ ਕਿ ਇਹੋ ਜਿਹੇ ਅਨਸਰਾਂ ਨੂੰ ਘੁਸਪੈਠ ਕਰਨ ਦਾ ਮੌਕਾ ਨਾ ਮਿਲੇ। ਦੇਖੋ ਗੱਲਾਂ ਸਾਫ਼ ਹੋ ਰਹੀਆਂ, ਪੰਜਾਬ ਦੀਆਂ ਚੋਣਾਂ ਆ ਰਹੀਆਂ, ਪੰਜਾਬ ਦਾ ਪਿੜ ਭਖ ਚੁੱਕਿਆ। ਵੈਸੇ ਵੀ ਉਹਨਾਂ ਹਿੱਸਿਆਂ ਵਾਸਤੇ ਇਸ ਵੇਲੇ ਦਿੱਲੀ ਮੋਰਚੇ 'ਚ ਜ਼ਿਆਦਾ ਕੀ ਹੋਊਗਾ, ਉਹਨਾਂ ਵਾਸਤੇ ਜਿਹੜਾ ਅਸਲ ਮੰਤਵ ਸੀ, ਜਿੱਥੇ ਅਖਾੜਾ ਮੱਘ ਗਿਆ ਉੱਥੇ ਉਹਨਾਂ ਨੇ ਆਪਦਾ ਜਿਹੜਾ ਖੇਡ ਖੇਡਣੀ ਸ਼ੁਰੂ ਕਰਤੀ ਹੈ। ਤੇ ਜਿਉਂ-ਜਿਉਂ ਚੋਣਾਂ ਆਉਣਗੀਆਂ, ਪ੍ਰਚਾਰ ਸ਼ੁਰੂ ਹੋਊਗਾ, ਟਿਕਟਾਂ ਵੰਡੀਆਂ ਜਾਣਗੀਆਂ, ਉਵੇਂ ਇਹ ਗੱਲਾਂ ਹੋਰ ਜ਼ਿਆਦਾ ਸਾਫ਼ ਹੁੰਦੀਆਂ ਜਾਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ। ਤੁਸੀਂ ਸਾਰੀ ਗੱਲਬਾਤ ਸੁਣੀ ਹੈ, ਸਾਡੇ ਨਾਲ ਮੌਜੂਦ ਸਨ ਪਵੇਲ ਕੂਸਾ। ਤੁਸੀਂ ਸਾਰੀ ਗੱਲਬਾਤ ਤਾਂ ਸੁਣ ਲਈ ਹੋਣੀ, ਔਰ ਇੱਕ ਚੀਜ਼ ਨਿਕਲ ਕੇ ਆ ਰਹੀ ਹੈ ਕਿ ਕਿਸਾਨੀ ਮੋਰਚੇ ਜਾਂ ਸੰਯੁਕਤ ਕਿਸਾਨ ਮੋਰਚਾ, ਚੁਡੂਨੀ ਸਾਹਿਬ ਨੇ ਜੋ ਬਿਆਨ ਦਿੱਤਾ ਸੀ, ਇਤਫਾਕ ਨਹੀਂ ਰੱਖਦੇ, ਕਈ ਰੱਖਦੇ ਨੇ, ਕਈ ਨਹੀਂ ਰੱਖਦੇ। ਸਭ ਦੀ ਆਪਦੀ ਰਾਜਨੀਤੀ ਹੈ। ਸਿਆਸੀ ਪੱਖੋਂ ਕੋਈ ਵਿਅਕਤੀ ਸੋਚਦਾ ਵੀ ਹੈ, ਸਿਆਸਤ ਪਿੱਛੇ ਜੇ ਕੋਈ ਵਿਅਕਤੀ ਜਾਣਾ ਚਾਹੁੰਦਾ, ਕਿਸੇ ਨੂੰ ਕੋਈ ਮਨਾਹੀ ਨਹੀਂ ਹੈ। ਪਰ ਸਮਾਂ ਕੀ ਹੈ ਕਿ ਵਾਕਈ ਸਮਾਂ ਸੰਯੁਕਤ ਕਿਸਾਨ ਮੋਰਚੇ ਨੂੰ ਸਿਆਸਤ ਵਾਲੇ ਪਾਸੇ ਲੈ ਕੇ ਜਾ ਰਿਹਾ ਜਾਂ ਉਹਨਾਂ ਨੂੰ ਜਾਣਾ ਚਾਹੀਦਾ। ਇਸ ਉੱਪਰ ਸਾਡੀ ਚਰਚਾ ਤਾਂ ਅਲੱਗ-ਅਲੱਗ ਹੋ ਜਾਂਦੀ ਹੈ, ਪਰ ਕਿਸਾਨਾਂ ਨੂੰ ਵੀ ਇਹ ਸੋਚ ਲੈਣਾ ਚਾਹੀਦਾ ਹੈ ਵਿਧਾਨ ਸਭਾ ਵਿੱਚ ਜਾ ਕੇ ਜਾਂ MP ਜਾਂ ਮੈਂਬਰ ਪਾਰਲੀਮੈਂਟ ਬਣ ਕੇ ਕਿ ਵਾਕਈ ਉਸ ਕਿਸਾਨਾਂ ਦੇ ਜਾਂ ਜਥੇਬੰਦੀਆਂ 'ਚ ਕੋਈ ਵਿਅਕਤੀ ਚਲਾ ਵੀ ਜਾਂਦਾ ਕਿ ਮਸਲੇ ਹੱਲ ਹੋ ਜਾਣਗੇ। ਇਹ ਉੱਥੋਂ ਹੀ ਬਿੱਲ ਨਿਕਲ ਕੇ ਆਏ ਨੇ, ਕਈ ਕਹਿ ਵੀ ਦਿੰਦੇ ਨੇ ਜੇ ਸਿਸਟਮ ਵਿੱਚ ਵੜੋਗੇ ਤਾਂ ਸਿਸਟਮ ਨਾਲ ਜਾ ਕੇ ਲੜੋਗੇ। ਪਰ ਕੀ ਵਾਕਈ ਹੀ ਇਹ ਵਿਧਾਨ ਸਭਾ ਜਾਂ ਵਿੱਚ ਵੜ ਜਾਂਦੇ ਨੇ ਜਥੇਬੰਦੀਆਂ ਵਾਲੇ ਕਿ ਬਿੱਲ ਰੱਦ ਹੋ ਜਾਣਗੇ, ਵੀ ਸੋਚਣ ਦਾ ਇੱਕ ਵਿਸ਼ਾ ਹੈ। ਪਰ ਸਾਡੀ ਆਦੇ ਦੀ ਸੋਚੀ ਸਮਝੀ ਰਣਨੀਤੀ ਹੈ, ਰਾਜਨੀਤੀ ਹੈ, ਸਿਆਸਤ ਹੈ। ਕੋਈ ਕਿਸ ਤਰੀਕੇ ਦਾ ਬਿਆਨਬਾਜ਼ੀ ਕਰਦਾ, ਕੋਈ ਕਿਸ ਤਰੀਕੇ ਨਾਲ। ਸਾਡਾ ਕੰਮ ਹੈ ਤੁਹਾਡੇ ਤੱਕ ਗੱਲ ਲੈ ਕੇ ਆਉਣਾ। ਚੁਡੂਨੀ ਸਾਹਿਬ ਨੇ ਵੀ ਗੱਲ ਕਹੀ ਸੀ, ਹੁਣ ਪਵੇਲ ਕੂਸਾ ਜੀ ਨੇ ਵੀ ਗੱਲ ਕਹੀ ਹੈ। ਇੱਕ ਮੈਗਜ਼ੀਨ ਦੇ ਸੰਪਾਦਕ ਨੇ, ਆਪਦੇ ਉਸ ਵਿੱਚ ਆਰਟੀਕਲ ਲਿਖਦੇ ਰਹਿੰਦੇ ਨੇ, ਤਾਂ ਇੰਟਰੋ ਹੀ ਕਰਨ ਦਾ ਮਕਸਦ ਸੀ ਕਿ ਰਾਜਨੀਤੀ ਨੂੰ ਤੇ ਕਿਸਾਨੀ ਮੋਰਚੇ ਨੂੰ ਹੋਰ ਨੇੜਿਓਂ ਸਮਝਿਆ ਜਾਵੇ ਵੀ ਕਿਸ ਚੀਜ਼ ਦੀ ਲੋੜ ਹੈ ਤੇ ਕਿਸ ਚੀਜ਼ ਦੀ ਲੋੜ ਨਹੀਂ।